ਦੋਸਤੋ ਚੈਨਲ ਦੇ ਉੱਤੇ ਸਵਾਗਤ ਹੈ। ਅੱਜ ਅਸੀਂ ਇੱਕ ਨਵਾਂ ਚੈਪਟਰ ਨੰਬਰ 2 ਰਿਲੇਸ਼ਨਸ ਐਂਡ ਫੰਕਸ਼ਨਸ ਜਿਹੜਾ ਹੈ ਉਹ ਸਟਾਰਟ ਕਰਨ ਲੱਗੇ ਹਾਂ। ਸੋ ਐਕਸਰਸਾਈਜ਼ ਸਟਾਰਟ ਕਰਨ ਤੋਂ ਪਹਿਲਾਂ ਇਹਦੇ ਵਿੱਚ ਸਾਡੇ ਪਾਸ ਕੁਝ ਡੈਫੀਨੇਸ਼ਨਸ ਨੇ, ਕੁਝ ਐਬਰੀਵੀਏਸ਼ਨਸ ਨੇ, ਤੁਹਾਡੇ ਲਈ ਨਵੀਆਂ ਨੇ, ਪਰ ਮੈਂ ਕਹਾਂਗਾ ਤੁਸੀਂ ਇਹਨੂੰ ਆਲਰੇਡੀ ਪੜ੍ਹ ਚੁੱਕੇ ਹੋ। ਇਹ ਸਿਰਫ ਨਾਮ ਨਵੇਂ ਨੇ ਬਟ ਕੰਸੈਪਟ ਤੁਸੀਂ ਆਲਰੇਡੀ ਕਰੀ ਹੋਈ ਹੈ। ਫਸਟ ਸਾਡੇ ਪਾਸ ਹੈ ਆਰਡਰਡ ਪੇਅਰ। ਤਾਂ ਨਾਂ ਤੋਂ ਹੀ ਕਲੀਅਰ ਹੈ ਕਿ ਇੱਕ ਸਾਡੇ ਪਾਸ ਪੇਅਰ ਹੈ ਜਿਸ ਦਾ ਕੋਈ ਆਰਡਰ ਜਿਹੜਾ ਹੋਊਗਾ ਫਿਕਸ ਹੋਊਗਾ, ਸਪੈਸੀਫਿਕ ਹੋਊਗਾ। ਸੋ ਤੁਸੀਂ 9th ਕਲਾਸ ਦੇ ਵਿੱਚ ਅਤੇ 10th ਕਲਾਸ ਦੇ ਵਿੱਚ ਇਸ ਤਰ੍ਹਾਂ ਦੋ ਨੰਬਰ ਪੜ੍ਹ ਚੁੱਕੇ ਹੋ 5,3। ਇਹ ਤੁਹਾਡੇ ਆਈ ਥਿੰਕ 3rd ਚੈਪਟਰ 10th ਕਲਾਸ ਦੇ ਵਿੱਚ x, y। ਸੋ ਫਸਟ ਨੰਬਰ ਹਮੇਸ਼ਾ ਕੀ ਹੁੰਦਾ ਸਾਡੇ ਪਾਸ ਕਾਰਟੀਜ਼ੀਅਨ ਕੋਆਰਡੀਨੇਟਸ ਦੇ ਵਿੱਚ ਫਸਟ ਕੋਆਰਡੀਨੇਟ x, ਦੂਸਰਾ ਕੋਆਰਡੀਨੇਟ y। ਸੋ ਸਾਡੇ ਪਾਸ ਇੱਕ ਕੋਆਰਡੀਨੇਟ ਜਿਓਮੈਟਰੀ ਹੈ ਜੋ ਅਸੀਂ 9th ਅਤੇ 10th ਦੇ ਵਿੱਚ ਪੜ੍ਹੀ ਹੈ। ਦੈਟ ਮੀਨਸ ਇਹ ਇੱਕ ਆਰਡਰਡ ਪੇਅਰ ਹੈ। ਦੇਖੋ ਆਲਰੇਡੀ ਪੜ੍ਹ ਚੁੱਕੇ ਹੋ ਤੁਸੀਂ। ਜਦੋਂ ਵੀ ਤੁਹਾਡੇ ਪਾਸ 10th ਕਲਾਸ ਦੇ ਵਿੱਚ ਇੱਦਾਂ ਦਾ ਕੋਈ ਪੇਅਰ ਆਉਂਦਾ ਹੈ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਫਸਟ ਪਾਰਟ x ਹੈ ਅਤੇ ਦੂਸਰਾ ਪਾਰਟ y ਹੈ। ਇਹ ਜਿਹੜਾ ਪੈਟਰਨ ਹੈ ਚੇਂਜ ਨਹੀਂ ਹੋ ਸਕਦਾ। ਸੋ ਇਹ ਕੀ ਹੈ, ਇੱਕ ਆਰਡਰਡ ਪੇਅਰ ਹੈ। ਨਾਮ ਤੁਹਾਡੇ ਪਾਸ ਹੋਣਾ ਹੈ ਆਰਡਰਡ ਪੇਅਰ, ਬਟ ਪੜ੍ਹ ਤੁਸੀਂ 9th ਅਤੇ 10th ਤੋਂ ਰਹੇ ਹੋ। ਸੋ ਜੇ ਮੈਂ ਡੈਫੀਨੇਸ਼ਨ ਲਿਖਣੀ ਹੋਵੇ ਆਰਡਰਡ ਪੇਅਰ ਦੀ ਤਾਂ ਕੀ ਲਿਖਾਂਗਾ? ਸੋ ਕੀ ਹੈ, ਮੇਰੇ ਪਾਸ ਇੱਕ ਪੇਅਰ ਹੈ। ਕਿਸ ਚੀਜ਼ ਦਾ? ਦੋ ਐਂਟਰੀਆਂ ਕੀਤੀਆਂ ਨੇ ਮੈਂ, ਪੇਅਰ ਆਫ ਐਂਟਰੀਜ਼, ਕੁਛ ਐਂਟਰ ਦਾ ਕੀਤਾ ਨਾ, ਇਨ ਸਪੈਸੀਫਿਕ ਮੈਨਰ, ਇਨ ਸਪੈਸੀਫਿਕ ਆਰਡਰ, ਕਿਸੇ ਖਾਸ ਆਰਡਰ ਦੇ ਵਿੱਚ ਮੈਂ ਜਿਹੜੀਆਂ ਨੇ ਐਂਟਰੀਜ਼ ਕਰਨੀਆਂ ਨੇ। ਸਪੋਜ਼ ਮੈਂ ਦੋ ਸੈੱਟ ਲੈ ਲੈਣਾ। ਸਪੋਜ਼ ਮੇਰੇ ਪਾਸ ਇੱਕ ਸੈੱਟ A ਹੈ ਅਤੇ ਦੂਸਰਾ ਸੈੱਟ B ਹੈ, ਅਤੇ ਮੈਂ ਇਹਨਾਂ ਦੋਨਾਂ ਦੇ ਐਲੀਮੈਂਟਸ ਦੀ ਐਂਟਰੀ ਕਰਨੀ ਚਾਹੁੰਦਾ ਹੈ ਕਿ ਫਸਟ ਨੰਬਰ 'ਤੇ A ਦਾ ਐਲੀਮੈਂਟ ਹੋਵੇ, ਦੂਸਰੇ ਨੰਬਰ 'ਤੇ B ਦਾ ਐਲੀਮੈਂਟ ਹੋਵੇ। ਤਾਂ ਆਰਡਰਡ ਪੇਅਰ ਕਿੱਦਾਂ ਦਾ ਬਣੂਗਾ? A, B ਟਾਈਪ ਦਾ। ਅਤੇ ਮੈਨੂੰ ਦੱਸਣਾ ਪਏਗਾ ਕਿ A ਬਿਲੋਂਗਸ ਟੂ A ਐਂਡ B ਬਿਲੋਂਗਸ ਟੂ B। ਤਾਂ ਇਹ ਆਰਡਰਡ ਪੇਅਰ ਬਣ ਗਿਆ ਸੈੱਟ A ਅਤੇ ਸੈੱਟ B ਦੇ ਲਈ, ਕਿ ਪਹਿਲੇ ਨੰਬਰ 'ਤੇ ਸੈੱਟ A ਦਾ ਐਲੀਮੈਂਟ ਆਏਗਾ, A ਬਿਲੋਂਗ ਕਰਦਾ A ਨੂੰ, ਅਤੇ ਦੂਸਰੇ ਨੰਬਰ 'ਤੇ ਸੈੱਟ B ਦਾ ਐਲੀਮੈਂਟ ਆਏਗਾ। ਮੀਨਸ ਜਿਹੜਾ B ਆ ਉਹ ਸੈੱਟ B ਦਾ ਮੈਂਬਰ ਹੈ, B ਨੂੰ ਬਿਲੋਂਗ ਕਰਦਾ ਹੈ। ਇੱਕ ਆਪਾਂ ਛੋਟਾ ਜਿਹਾ ਸੈੱਟ ਲੈ ਲੈਂਦੇ। ਸਪੋਜ਼ ਸੈੱਟ A ਕੀ ਹੈ ਮੇਰੇ ਪਾਸ 1, 2, ਅਤੇ ਸੈੱਟ B ਕੀ ਹੈ ਮੇਰੇ ਪਾਸ? ਸਪੋਜ਼ A ਦੇ ਵਿੱਚ ਐਲੀਮੈਂਟ ਹੈ A। ਤਾਂ ਦੇਖੋ ਆਰਡਰਡ ਪੇਅਰ ਕਿਵੇਂ ਬਣ ਸਕਦਾ ਹੈ। ਮੈਂ ਕਿਹਾ A, B, ਪਹਿਲਾ ਐਲੀਮੈਂਟ A ਦੇ ਵਿੱਚੋਂ ਆਉਣਾ ਚਾਹੀਦਾ, ਮੀਨਸ 1 A ਦੇ ਵਿੱਚੋਂ ਹੋਊਗਾ, ਅਤੇ ਦੂਸਰਾ ਐਲੀਮੈਂਟ B ਦੇ ਵਿੱਚੋਂ 1, A ਹੋ ਗਿਆ ਜੀ। ਹੋਰ ਆਰਡਰਡ ਪੇਅਰ ਕਿਹੜਾ ਬਣ ਸਕਦਾ? ਪਹਿਲਾ ਐਲੀਮੈਂਟ A ਦੇ ਵਿੱਚੋਂ ਆਉਣਾ ਚਾਹੀਦਾ 2, ਅਤੇ ਇੱਥੋਂ ਆ ਸਕਦਾ A। ਸੋ ਸਾਡੇ ਪਾਸ ਦੋ ਆਰਡਰਡ ਪੇਅਰ ਬਣ ਗਏ ਇੱਕ ਤਰੀਕੇ ਨਾਲ। ਇੱਥੇ ਦੇਖੋ 1 A ਦਾ ਐਲੀਮੈਂਟ ਹੈ, A, B ਟਾਈਪ ਬਣਾ ਰਹੇ ਹਾਂ ਆਪਾਂ ਇੱਥੇ, ਅਤੇ A B ਦਾ ਐਲੀਮੈਂਟ ਹੈ। ਇਸੇ ਤਰ੍ਹਾਂ 2 A ਦਾ ਐਲੀਮੈਂਟ ਹੈ, ਅਤੇ A ਸਾਡੇ ਪਾਸ ਆਹ ਵਾਲਾ ਇੱਥੇ ਇਹ ਸੈੱਟ B ਦਾ ਐਲੀਮੈਂਟ ਹੈ। ਸੋ ਇਹਨੂੰ ਕੀ ਬੋਲਦੇ ਹਾਂ ਅਸੀਂ? ਆਰਡਰਡ ਪੇਅਰ। ਈਵਨ ਅਸੀਂ ਇਸਨੂੰ 2 ਟਪਲ ਵੀ ਬੋਲ ਦਿੰਦੇ ਹਾਂ, ਡਬਲੈਟ ਵੀ ਬੋਲ ਦਿੰਦੇ ਹਾਂ, ਕਿਉਂਕਿ ਡਬਲ ਨੇ ਇਹ। ਇਸੇ ਤਰ੍ਹਾਂ ਅਸੀਂ 3 ਨੂੰ ਵੀ ਘੁਮਾ ਸਕਦੇ ਹਾਂ, 3 ਮੈਂਬਰ ਵੀ ਲੈ ਸਕਦੇ ਹਾਂ, ਲਾਈਕ X, Y, Z। ਉਹ ਸਾਡਾ ਕੀ ਬਣ ਜਾਏਗਾ? ਟ੍ਰਿਪਲੈਟ। 3 ਟਪਲ ਉਹ 3 ਸੈੱਟਾਂ ਪਰ ਹੋਏਗਾ, ਸੈੱਟ A, ਸੈੱਟ B, ਸੈੱਟ C ਦੇ ਉੱਪਰ ਹੋਏਗਾ। ਸੋ ਆਰਡਰਡ ਪੇਅਰ ਦੇ ਨਾਲ ਅਸੀਂ ਡਬਲੈਟ ਤੋਂ ਬਾਅਦ ਟ੍ਰਿਪਲੈਟ ਲੈ ਸਕਦੇ ਹਾਂ। ਉਸਨੂੰ ਅਸੀਂ ਬੋਲਦੇ ਹਾਂ ਆਰਡਰਡ 3 ਟਪਲ ਜਾਂ ਟ੍ਰਿਪਲੈਟ। ਸੋ ਉਹਦੇ ਵਿੱਚ ਅਸੀਂ A ਬਿਲੋਂਗਸ ਟੂ A ਲੈ ਲਿਆ, B ਬਿਲੋਂਗਸ ਟੂ B ਲੈ ਲਿਆ, C ਬਿਲੋਂਗਸ ਟੂ C ਲੈ ਲਿਆ। ਤਾਂ ਜਿਹੜਾ ਟ੍ਰਿਪਲੈਟ ਬਣੇਗਾ A, B, C ਟਾਈਪ ਦਾ, ਇਹ ਵਾਲਾ। ਸੋ ਇਹ ਸਾਡਾ ਕੀ ਹੋ ਗਿਆ? ਟ੍ਰਿਪਲੈਟ। ਤਾਂ ਅਸੀਂ ਇੱਦਾਂ ਦੇ N ਟਪਲ, N ਸੈੱਟਾਂ ਤੱਕ ਗੱਲ ਕਰ ਸਕਦੇ ਹਾਂ, ਕਿੰਨੇ ਵੀ ਸੈੱਟ ਲੈ ਸਕਦੇ ਹਾਂ। ਮੀਨਸ ਉਸਨੂੰ ਅਸੀਂ ਬੋਲਾਂਗੇ ਆਰਡਰਡ N ਟਪਲ। ਸੌਰੀ ਇੱਥੇ ਆਰਡਰ, ਤਾਂ N ਟਪਲ ਜਿੰਨੇ ਵੀ ਤੁਸੀਂ ਵਿੱਚ ਐਲੀਮੈਂਟਸ ਪਾ ਲਓਗੇ, 5 ਟਪਲ, 7 ਟਪਲ, 9 ਟਪਲ, N ਟਪਲ ਤੱਕ। ਤਾਂ N ਟਪਲ ਤੱਕ ਸਾਨੂੰ ਥੋੜ੍ਹੀ ਸਮੱਸਿਆ ਕੀ ਆ ਜਾਂਦੀ, ਸਾਡੇ ਪਾਸ ਜਿਹੜੇ ਸੈੱਟਸ ਨੇ ਇਹ ਸਾਨੂੰ ਚੂਜ਼ ਕਰਨੇ ਔਖੇ ਹੋ ਜਾਂਦੇ ਨੇ। ਉਸ ਦੇ ਵਿੱਚ ਅਸੀਂ A1, A2, AN ਸੈੱਟ ਹੀ ਚੂਜ਼ ਕਰ ਲੈਂਦੇ ਹਾਂ, ਸੋ ਔਨ ਅਪ ਟੂ AN। ਤਾਂ ਜਦੋਂ ਅਸੀਂ ਇਹਨਾਂ ਦਾ ਆਰਡਰਡ ਪੇਅਰ ਬਣਾਉਣਾ ਹੋਵੇ ਤਾਂ ਅਸੀਂ ਲਿਖਦੇ ਹਾਂ A1 ਫਸਟ ਦਾ ਐਲੀਮੈਂਟ ਆ, ਦੂਸਰੇ ਦਾ ਐਲੀਮੈਂਟ ਆ, ਅਪ ਟੂ AN। ਦੇਖੋ ਇਹ N ਟਪਲ ਬਣ ਗਏ, ਇਹਦੇ ਵਿੱਚ N ਐਲੀਮੈਂਟਸ ਆਉਣਗੇ। ਹਰ ਸੈੱਟ ਦੇ ਵਿੱਚੋਂ ਇੱਕ ਇੱਕ ਐਲੀਮੈਂਟ ਅਸੀਂ ਲੈ ਲਿਆ ਹੈ। ਨੈਕਸਟ ਸਾਡੇ ਪਾਸ ਜਿਹੜਾ ਟੋਪਿਕ ਹੈ ਸਾਡੇ ਪਾਸ ਕਾਰਟੀਜ਼ੀਅਨ ਪ੍ਰੋਡਕਟ ਆਫ ਸੈਟਸ। ਸੋ ਕਾਰਟੀਜ਼ੀਅਨ ਜਿਓਮੈਟਰੀ ਅਸੀਂ ਪਹਿਲਾਂ ਵੀ ਪੜ੍ਹੀ ਹੈ, ਲਗਭਗ ਨੇਮ ਅਸੀਂ ਪੜ੍ਹਿਆ ਹੈ, ਆਲਮੋਸਟ ਸੇਮ ਚੀਜ਼ ਹੈ। ਸੋ ਕਾਰਟੀਜ਼ੀਅਨ ਪ੍ਰੋਡਕਟ ਆਫ ਸੈਟਸ, ਇਸ ਨੂੰ ਡਿਨੋਟ ਕਰਦੇ ਹਾਂ ਅਸੀਂ A,
क्रॉस बी। सो ये साडा प्रोडक्ट हो गया ए ते बी का। सो कार्टीजन प्रोडक्ट चीज़ की है, ये साडे पास एक सैट है। की है साडे पास सैट है। ऑल द पॉसीबल ऑर्डर्ड पेयर्स, ऑल द पॉसीबल ऑर्डर्ड पेयर्स, जिन्ने भी, इट इज़ सैट ऑफ, सैट है साडे पास ऑफ ऑल द पॉसीबल ऑर्डर्ड पेयर्स, किन्हां दे, ए ते बी दे। सो जिन्ने भी पॉसीबल ऑर्डर्ड पेयर्स ने ए कॉमा बी टाइप ने, सो ये सैट बन गया। ਤਾਂ ਉਹਦੇ ਵਿੱਚ ਏ ਜਿਹੜਾ ਹੈ ਏ ਨੂੰ ਬਿਲੋਂਗ ਕਰਨਾ ਚਾਹੀਦਾ ਅਤੇ ਬੀ ਜਿਹੜਾ ਹੈ ਬੀ ਨੂੰ ਬਿਲੋਂਗ ਕਰਨਾ ਚਾਹੀਦਾ। ਕੋਈ ਔਖਾ ਕੰਮ ਨਹੀਂ ਹੈ, ਇਹ ਸਿਰਫ ਇੱਕ ਤਰੀਕੇ ਨਾਲ ਕਹਿ ਲਓ ਵੀ ਦੋ ਟੀਮਾਂ ਦੇ ਵਿੱਚ ਮੈਚ ਕਰਾਉਣੇ ਵਾਲੀ ਗੱਲ ਹੈ। ਸਾਡੇ ਪਾਸ ਸਪੋਜ਼ ਦੋ ਪੂਲ ਨੇ, ਦੋ ਗਰੁੱਪਸ ਨੇ, ਲਾਈਕ ਇੱਦਾਂ ਇਹ ਸਾਡੇ ਪਾਸ ਇੱਕ ਗਰੁੱਪ ਏ ਹੈ, ਇਹਦੇ ਵਿੱਚ ਦੋ ਟੀਮਾਂ ਨੇ ਸਾਡੇ ਪਾਸ, ਸਪੋਜ਼ ਟੀਮ ਏ ਹੈ ਅਤੇ ਟੀਮ ਬੀ ਹੈ। ਇੱਧਰ ਸਾਡੇ ਪਾਸ ਦੂਸਰਾ ਗਰੁੱਪ ਹੈ ਅਤੇ ਇਹਦੇ ਵਿੱਚ ਸਾਡੇ ਪਾਸ ਟੀਮ ਸੀ ਹੈ ਅਤੇ ਟੀਮ ਡੀ ਹੈ। ਤਾਂ ਅਸੀਂ ਗਰੁੱਪ ਏ ਦੇ ਮੈਚ ਗਰੁੱਪ ਬੀ ਦੇ ਨਾਲ ਕਰਾਣੇ ਨੇ। ਸੋ ਏ ਕਿਹਦੇ ਨਾਲ ਹੋ ਜਾਏਗਾ ਮੈਚ, ਸੀ ਨਾਲ। ਸੋ ਪਹਿਲਾ ਗਰੁੱਪ ਕੀ ਬਣੇਗਾ, ਏ ਕੌਮਾ ਸੀ। ਦੂਸਰਾ ਮੈਚ ਏ ਕੌਮਾ ਡੀ। ਤੀਸਰਾ ਬੀ ਤੇ ਸੀ ਦਾ ਹੋਏਗਾ। ਚੌਥਾ ਬੀ ਤੇ ਡੀ ਦਾ ਹੋਏਗਾ। ਸੋ ਇਹ ਜਿਹੜਾ ਸਾਡਾ ਸੈੱਟ ਬਣ ਗਿਆ, ਦੈਟ ਇਜ਼ ਕਾਲਡ ਏ ਕ੍ਰੋਸ ਬੀ। ਅਸੀਂ ਇਹ ਦੋ ਗਰੁੱਪਸ ਦਾ ਏ ਕ੍ਰੋਸ ਬੀ ਫਾਈਂਡ ਕਰ ਲਿਆ ਹੈ। ਏ ਕੋਮਾ ਸੀ, ਏ ਕੋਮਾ ਡੀ, ਬੀ ਕੋਮਾ ਸੀ, ਬੀ ਕੋਮਾ ਡੀ, ਇੰਨੇ ਹੀ ਪੋਸੀਬਲ ਨੇ। ਸੋ ਨੰਬਰ ਆਫ ਐਲੀਮੈਂਟਸ ਸਾਡੇ ਪਾਸ ਏ ਕ੍ਰੋਸ ਬੀ ਦੇ ਵਿੱਚ ਕਿੰਨੇ ਆਏ, ਦੇਖੋ ਦੋ ਇੱਧਰ ਸੀ, ਦੋ ਇੱਧਰ ਸੀ, 2 ਗੁਣਾ 2 4 ਐਲੀਮੈਂਟ ਬਣਦੇ ਨੇ। ਤਾਂ ਨੰਬਰ ਆਫ ਐਲੀਮੈਂਟਸ ਇਨ ਏ ਕ੍ਰੋਸ ਬੀ ਦੈਟ ਇਜ਼ ਇਕੁਅਲ ਟੂ, ਗੁਣਾ ਹੀ ਕਰਨੀ ਹੈ, ਨੰਬਰ ਆਫ ਐਲੀਮੈਂਟਸ ਇਨ ਏ, ਨੰਬਰ ਆਫ ਐਲੀਮੈਂਟਸ ਇਨ ਬੀ। ਇਹਦੇ ਵਿੱਚ ਕਿੰਨੇ ਆਉਣਗੇ, ਦੋਨਾਂ ਦੇ ਗੁਣਾ ਕਰ ਦਿਓ, ਜਿਵੇਂ ਇੱਥੇ ਕਰੇ 2 ਦੂਣੀ 4 ਐਲੀਮੈਂਟਸ ਹੋਣਗੇ। ਜੇ ਇੱਥੇ ਤੀਸਰੀ ਟੀਮ ਵੀ ਹੁੰਦੀ, ਸਪੋਜ਼ ਇੱਥੇ ਮੈਂ ਇੱਕ ਟੀਮ ਈ ਪਾ ਦਿੰਦਾ, ਤਾਂ ਈ ਦੇ ਮੈਚ ਵੀ ਤਾਂ ਹੋਣੇ ਸੀ। ਈ ਸੀ ਨਾਲ ਵੀ ਜਾਂਦਾ, ਈ ਡੀ ਨਾਲ ਵੀ ਜਾਂਦਾ, 2 ਐਲੀਮੈਂਟ ਹੋਰ ਵੱਧ ਜਾਣੇ ਸੀ। ਦੈਟ ਮੀਨਸ 3 × 2 ਕਿੰਨੇ ਹੋ ਜਾਂਦੇ, 6। ਤਾਂ 6 ਬਣ ਗਏ, 1 2 3 4। 2 ਐਲੀਮੈਂਟ ਈ ਵਾਲੇ, ਈ ਡੀ ਸੀ ਨਾਲ ਜਾਂਦਾ, ਈ ਡੀ ਨਾਲ ਵੀ ਜਾਂਦਾ, ਠੀਕ ਹੈ ਨਾ। ਤਾਂ ਟੋਟਲ ਐਲੀਮੈਂਟ ਕਿੰਨੇ ਹੋ ਗਏ ਸਾਡੇ ਪਾਸ, 6। ਤਾਂ ਦੈਟ ਮੀਨਸ ਉੱਥੇ ਸਾਡੇ ਪਾਸ ਨੰਬਰ ਆਫ ਐਲੀਮੈਂਟਸ ਇਨ ਏ ਕ੍ਰੋਸ ਬੀ ਕੀ ਆਉਂਦੇ, 3 × 2 = 6। ਮੈਚ ਦੀ ਜਿਹੜੀ ਐਗਜ਼ਾਮਪਲ ਹੈ ਪ੍ਰੈਕਟੀਕਲੀ ਆਪਾਂ ਲੈ ਸਕਦੇ ਹਾਂ, ਬਟ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿਹੜਾ ਏ ਕ੍ਰੋਸ ਬੀ ਜਾਂ ਬੀ ਕ੍ਰੋਸ ਏ ਫਾਈਂਡ ਕਰਦੇ ਹਾਂ ਅਸੀਂ, ਮੰਨ ਲਓ ਬੀ ਕ੍ਰੋਸ ਏ ਫਾਈਂਡ ਕਰਨਾ ਆ ਜੇ ਸਾਨੂੰ, ਉਲਟਾ ਜੇ, ਇਹ ਡਿਫਰੈਂਟ ਚੀਜ਼ ਹੈ। ਇਨ ਕੇਸ ਆਫ ਜਿਹੜੀ ਮੈਚ ਦੀ ਆਪਾਂ ਨੇ ਐਗਜ਼ਾਮਪਲ ਲਈ ਜਾਂ ਮੈਚ ਤਾਂ ਸੇਮ ਹੀ ਹੋ ਗਿਆ ਨਾ, ਸੀ ਟੀਮ ਏ ਨਾਲ ਖੇਡੇਗੀ, ਬਟ ਜਿਹੜਾ ਆਰਡਰਡ ਪੇਅਰ ਹੈ ਸਾਡੇ ਪਾਸ, ਉਸ ਦੇ ਵਿੱਚ ਜਿਹੜਾ ਆਰਡਰ ਹੈ ਉਹ ਫਿਕਸ ਹੈ। ਏ ਕੌਮਾ ਸੀ ਕੁਛ ਹੋਰ ਹੈ, ਸੀ ਕੌਮਾ ਏ ਕੁਛ ਹੋਰ ਬਣੇਗਾ। ਦੇਖੋ ਜੇ ਮੈਂ ਬੀ ਤੋਂ ਏ ਡਿਫਾਈਨ ਕਰਨਾ ਹੋਵੇ ਤਾਂ ਬੀ ਅੱਗੇ ਆਊਗਾ, ਬੀ ਦੇ ਐਲੀਮੈਂਟਸ ਅੱਗੇ ਆ ਜਾਣਗੇ, ਸੀ ਅਤੇ ਏ ਦੇ ਐਲੀਮੈਂਟਸ ਪਿੱਛੇ ਚਲੇ ਜਾਣਗੇ। ਮੀਨਸ ਇਹ ਕਿੱਦਾਂ ਦਾ ਬਣੂਗਾ ਮੇਰੇ ਪਾਸ ਸੈੱਟ, ਸੀ ਕੌਮਾ ਏ ਉਲਟ ਹੋ ਜੂਗਾ ਨਾ ਇਹ। ਇਸੇ ਤਰ੍ਹਾਂ ਡੀ ਕੌਮਾ ਏ, ਤਾਂ ਜਿਹੜਾ ਇਹ ਆਰਡਰ ਹੈ ਇਹ ਚੇਂਜ ਹੋ ਗਿਆ ਨਾ, ਦੇਖੋ। ਤਾਂ ਇਹ ਦੋਨੋਂ ਡਿਫਰੈਂਟ ਨੇ, ਇਹ ਏ ਕੌਮਾ ਸੀ ਹੈ, ਇਹ ਸੀ ਕੌਮਾ ਏ ਆ। ਇਹ ਗੱਲ ਹੋ ਗਈ ਲਾਈਕ ਜਿਵੇਂ ਐਕਸ ਕੌਮਾ ਵਾਈ ਦੇ ਵਿੱਚ 2,3 ਪੁਆਇੰਟ ਹੋਰ ਹੈ ਅਤੇ 3,2 ਪੁਆਇੰਟ ਕੁਛ ਹੋਰ ਹੈ। ਅਤੇ ਜਿਹੜੇ ਅਸੀਂ ਕਾਰਟੀਜ਼ੀਅਨ ਕੋਆਰਡੀਨੇਟਸ ਪੜ੍ਹੇ ਨੇ 9th ਅਤੇ 10th ਦੇ ਵਿੱਚ, ਸਭ ਤੋਂ ਪਹਿਲਾਂ ਸਾਡੇ ਪਾਸ ਇਹੀ ਕੁਐਸਚਨ ਆਉਂਦਾ 9th ਕਲਾਸ ਦੇ ਵਿੱਚ। ਆਈ ਥਿੰਕ 3,4 ਵਾਲਾ ਕੁਐਸਚਨ ਹੈ। 3,4 4,3 ਨੂੰ ਅਸੀਂ ਗ੍ਰਾਫ ਦੇ ਉੱਪਰ ਪਲੋਟ ਕਰਨਾ ਹੈ ਅਤੇ ਚੈੱਕ ਕਰਨਾ ਕਿ ਕੀ ਸੇਮ ਪੁਆਇੰਟ ਹੈ। ਨੋ, ਅਲੱਗ-ਅਲੱਗ ਪੁਆਇੰਟ ਆਉਂਦੇ ਨੇ ਸਾਡੇ ਪਾਸ। ਦੈਟ ਮੀਨਸ ਜਿਹੜਾ ਇਹਨਾਂ ਦਾ ਆਰਡਰ ਹੈ ਉਹ ਮੈਟਰ ਕਰਦਾ ਹੈ ਕਿ 3,4 ਕੁਛ ਹੋਰ ਹੈ, 4,3 ਕੁਛ ਹੋਰ ਹੈ। ਇਸੇ ਤਰ੍ਹਾਂ ਏ ਕ੍ਰੋਸ ਬੀ ਸਾਡੇ ਪਾਸ ਕੁਛ ਹੋਰ ਹੈ, ਬੀ ਕ੍ਰੋਸ ਏ ਸਾਡੇ ਪਾਸ ਕੁਛ ਹੋਰ ਹੈ। ਭਾਵੇਂ ਕਿ ਨੰਬਰ ਆਫ ਐਲੀਮੈਂਟਸ ਸਾਡੇ ਪਾਸ ਸੇਮ ਹੀ ਆਣੇ ਨੇ, ਕਿਉਂਕਿ ਗੁਣਾ ਤਾਂ ਉਨੀ ਹੋਣੀ ਹੈ ਨਾ, 2 ਤੀਏ ਵੀ ਤਾਂ 6 ਹੀ ਬਣਨਾ ਹੈ। ਐਲੀਮੈਂਟਸ ਬਰਾਬਰ ਹੋਣਗੇ, ਨੰਬਰ ਆਫ ਐਲੀਮੈਂਟਸ, ਗਿਣਤੀ ਉਹਨਾਂ ਦੀ ਬਰਾਬਰ ਹੋਊਗੀ, ਬਟ ਜਿਹੜੇ ਇਹ ਐਲੀਮੈਂਟਸ ਨੇ ਉਹ ਚੇਂਜ ਹੋ ਜਾਣਗੇ। ਮੀਨਸ ਏ ਕ੍ਰੋਸ ਬੀ ਜਿਹੜਾ ਹੈ, ਜੇ ਮੈਂ ਲਿਖਣਾ ਹੋਵੇ ਏ ਕ੍ਰੋਸ ਬੀ ਇਜ਼ ਨੈਵਰ ਇਕੁਅਲ ਟੂ ਬੀ ਕ੍ਰੋਸ ਏ, ਇਹ ਬਰਾਬਰ ਨਹੀਂ ਹੁੰਦੇ। ਬਟ ਨੰਬਰ ਆਫ ਐਲੀਮੈਂਟਸ ਇਨ ਏ ਕ੍ਰੋਸ ਬੀ ਇਜ਼ ਇਕੁਅਲ ਟੂ ਨੰਬਰ ਆਫ ਐਲੀਮੈਂਟਸ ਇਨ ਬੀ ਕ੍ਰੋਸ ਏ। ਇਹ ਦੋਨਾਂ ਗੱਲਾਂ ਦੇ ਵਿੱਚ ਛੋਟਾ ਜਿਹਾ ਡਿਫਰੈਂਸ ਹੈ, ਛੋਟਾ ਜਿਹਾ ਫਰਕ ਹੈ। ਨੰਬਰ ਬਰਾਬਰ ਹੈ, ਮੈਂਬਰਸ ਜਿਹੜੇ ਐਲੀਮੈਂਟਸ ਨੇ ਉਹਨਾਂ ਦੀ ਗਿਣਤੀ ਜਿਹੜੀ ਉਹ ਬਰਾਬਰ ਹੈ, ਪਰ ਜਿਹੜਾ ਏ ਕ੍ਰੋਸ ਬੀ ਅਤੇ ਬੀ ਕ੍ਰੋਸ ਦੇ ਮੈਂਬਰਸ ਨੇ ਉਹ ਸਾਰੇ ਯੂਨੀਕ ਨੇ, ਡਿਫਰੈਂਟ ਨੇ। ਇਹਦਾ ਮੈਂਬਰ ਇੱਧਰ ਨਹੀਂ ਹੈ, ਇਹਦਾ ਮੈਂਬਰ ਇੱਧਰ ਨਹੀਂ ਹੈ, ਬਰਾਬਰ ਨਹੀਂ ਹੋ ਸਕਦੇ। ਇੱਕ ਅੱਧਾ ਕਾਮਨ ਹੋ ਸਕਦਾ, ਮੇ ਵੀ ਕਲੈਸ਼ ਕਰ ਜਾਵੇ, ਮੈਚ ਕਰ ਜਾਵੇ, ਏ ਕੌਮਾ ਏ ਟਾਈਪ ਬਣ ਜਾਵੇ, ਬਟ ਇਹ ਕਦੇ ਵੀ ਸੇਮ ਨਹੀਂ ਹੁੰਦੇ। ਸੋ ਇਸ ਗੱਲ ਦਾ ਧਿਆਨ ਰੱਖਣਾ ਹੈ। ਇਸ ਤੋਂ ਬਾਅਦ ਸਾਡੇ ਪਾਸ ਨੈਕਸਟ ਹੈ
ਸਪੋਜ਼ ਮੈਂ n ਸੈਟਸ ਦਾ ਪ੍ਰੋਡਕਟ ਲੈਣਾ ਹੋਵੇ, ਦੇਖੋ n ਸੈਟਸ ਦੇ ਵਿੱਚ ਮੈਨੂੰ a ਮਲਟੀਪਲਾਈ a2 ਮਲਟੀਪਲਾਈ a3, ਮੈਂ a b c ਨਹੀਂ ਲਿਖ ਸਕਦਾ। ਕਿਉਂਕਿ ਜੇ 27 ਤੋਂ ਅੱਖਰ ਵੱਧ ਗਏ ਫਿਰ, ਕਿਉਂਕਿ a b c z ਤੱਕ ਹੀ ਜਾਂਦੀ ਹੈ, 26 ਅੱਖਰ ਨੇ। ਜੇ ਮੈਂ 50 ਸੈੱਟ ਲੈਣੇ ਹੋਣ, 100 ਸੈੱਟ ਲੈਣਾ ਹੋਵੇ ਫਿਰ, ਹੈ ਨਾ, ਤਾਂ ਮੈਂ ਐਬਰੀਵੇਸ਼ਨ ਚੇਂਜ ਕਰ ਲਈ ਹੈ, a1 a2 a3 an ਤੱਕ ਸੈੱਟ ਲੈ ਲੈਣੇ, ਕੋਈ ਵੀ ਹੋ ਸਕਦਾ, 50 100, ਹੈ ਨਾ। ਤਾਂ ਇਸ ਨੂੰ ਅਸੀਂ ਲਿਖ ਸਕਦੇ ਹਾਂ ਇਸ ਜਿਵੇਂ ਅਸੀਂ ਸਮੇਸ਼ਨ ਦੇ ਵਿੱਚ, ਸਮ ਦੇ ਵਿੱਚ ਅਸੀਂ ਸਾਈਨ ਯੂਜ਼ ਕੀਤਾ ਸੀ ਇਹ ਵਾਲਾ, ਤਾਂ ਇਹ ਵਾਲੇ ਕਾਰਟੀਜ਼ੀਅਨ ਪ੍ਰੋਡਕਟ ਦੇ ਲਈ ਅਸੀਂ ਸਾਈਨ ਯੂਜ਼ ਕਰਦੇ ਹਾਂ ਪਾਈ। ਸੋ i ਇਜ਼ ਇਕੁਅਲ ਟੂ 1 ਟੂ n ਤੱਕ ਜਾਏਗਾ ai, ਸੈੱਟ ਦਾ ਨਾਮ ਲਿਖਤਾ ਮੈਂ ai। ਇੱਕ ਵਾਰ i 1 ਭਰਾਂਗੇ, ਮਲਟੀਪਲਾਈ ਫਿਰ 2 ਭਰ ਦਾਂਗੇ, ਫਿਰ 3 ਭਰ ਦਿਆਂਗੇ, ਮਲਟੀਪਲਾਈ 4 ਮਲਟੀਪਲਾਈ 5, ਮੀਨਸ ਇਹ ਵਾਲਾ ਜਿਹੜਾ ਸਾਈਨ ਹੈ ਇਹ ਅਸੀਂ ਪ੍ਰੋਡਕਟ ਦੇ ਲਈ ਯੂਜ਼ ਕੀਤਾ ਹੈ। ਲਾਈਕ ਦਿਸ ਵਨ ਅਸੀਂ ਸਮ ਦੇ ਲਈ ਯੂਜ਼ ਕੀਤਾ ਸੀ, ਇਹ ਤੁਸੀਂ ਸੀਕੁਐਂਸ ਐਂਡ ਸੀਰੀਜ਼ ਦੇ ਵਿੱਚ ਪੜ੍ਹਿਆ ਹੈ, ਸਮ ਆਫ n ਟਰਮਸ ਦੀ ਗੱਲ ਕਰਦੇ ਸੀ। ਇੱਥੇ ਸਾਡੇ ਪਾਸ ਕਾਰਟੀਜ਼ੀਅਨ ਪ੍ਰੋਡਕਟ ਹੈ, ਤਾਂ ਅਸੀਂ ਇੱਥੇ ਪ੍ਰੋਡਕਟ ਦੀ ਗੱਲ ਕਰ ਰਹੇ ਹਾਂ, ਇਹਦੇ ਵਾਸਤੇ ਸਾਈਨ ਅਸੀਂ ਕੀ ਯੂਜ਼ ਕਰ ਰਹੇ ਹਾਂ, ਪਾਈ। ਸੋ ਦੋਸਤੋ, ਸਪੋਜ਼ ਤੁਹਾਡੇ ਪਾਸ ਕੋਈ ਆਰਡਰਡ ਪੇਅਰ ਜਿਹੜਾ ਬਰਾਬਰ ਆ ਜਾਂਦਾ ਹੈ, ਲਾਈਕ 10th ਕਲਾਸ ਦੇ ਵਿੱਚ ਵੀ ਇਹ ਕੁਐਸਚਨ ਆਇਆ ਹੋਇਆ ਸਾਡੇ ਪਾਸ, x, y ਇਜ਼ ਇਕੁਅਲ ਟੂ 3, 7 ਆ ਜਾਂਦਾ ਹੈ। ਤਾਂ ਦੇਖੋ ਉਸੇ ਆਰਡਰ ਦੇ ਵਿੱਚ ਵੈਲਿਊਜ਼ ਲੈਣੀ ਹੈ, ਦੈਟ ਮੀਨਸ x ਕੀ ਹੋਊਗਾ, 3 ਹੋਊਗਾ, ਅਤੇ y ਕੀ ਹੋਊਗਾ, 7। ਅਸੀਂ ਸਿੱਖ ਚੁੱਕੇ ਹਾਂ ਆਲਰੇਡੀ, ਸਿਰਫ ਇੱਕ ਰੈਪੀਟੀਸ਼ਨ ਹੈ। ਸਪੋਜ਼ ਮੈਂ ਲਿਖ ਦੇਵਾਂ ਜੀ a, b ਬਰਾਬਰ ਹੈ c, d ਦੇ, ਦੈਟ ਮੀਨਸ a ਕਿਹਦੇ ਬਰਾਬਰ ਹੈ, c ਦੇ, ਅਤੇ b ਕਿਸ ਦੇ ਬਰਾਬਰ ਹੈ, d ਦੇ। ਸੋ ਜਦੋਂ ਵੀ ਆਰਡਰਡ ਪੇਅਰ ਬਰਾਬਰ ਹੁੰਦਾ ਹੈ ਤਾਂ ਉਹਦੇ ਐਲੀਮੈਂਟਸ ਉਸੇ ਆਰਡਰ ਦੇ ਵਿੱਚ ਲੈ ਕੇ ਅਸੀਂ ਜਿਹੜੇ ਨੇ ਇਕੁਅਲ ਕਰ ਸਕਦੇ ਹਾਂ, ਇਕੁਏਟ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਸਾਡੇ ਪਾਸ ਇੱਕ ਕੁਐਸਚਨ ਹੋਰ ਬਣਦਾ ਹੈ ਕਿ ਸਪੋਜ਼ ਨੰਬਰ ਆਫ ਐਲੀਮੈਂਟਸ ਇਨ ਏ ਤੁਹਾਡੇ ਪਾਸ 3 ਨੇ, ਨੰਬਰ ਆਫ ਐਲੀਮੈਂਟਸ ਸਪੋਜ਼ ਬੀ ਦੇ ਵਿੱਚ ਤੁਹਾਡੇ ਪਾਸ 1 ਹੈ, ਤਾਂ ਨੰਬਰ ਆਫ ਐਲੀਮੈਂਟਸ ਇਨ ਏ ਕ੍ਰੋਸ ਬੀ ਕਿੰਨੇ ਬਣਨਗੇ। ਆਪਾਂ ਹੁਣੇ ਗੱਲ ਕੀਤੀ ਹੈ ਕਿ a ਗੁਣਾ b 3 ਗੁਣਾ 1 ਕਰ ਸਕਦੇ ਹਾਂ ਅਸੀਂ, 3 ਗੁਣਾ 1 ਕਿੰਨੇ ਬਣੇ, 3। ਤਾਂ ਇਹ ਤਾਂ ਸੌਖਾ ਹੈ ਕਿ ਨੰਬਰ ਆਫ ਐਲੀਮੈਂਟਸ ਇਨ ਸੈੱਟ a ਕ੍ਰੋਸ b, ਕਾਰਟੀਜ਼ੀਅਨ ਪ੍ਰੋਡਕਟ ਦੇ ਵਿੱਚ 3 ਐਲੀਮੈਂਟ ਆਉਣਗੇ। ਬਟ ਜੇ ਮੈਂ ਪੁੱਛ ਲਵਾਂ ਕਿ ਪੋਸੀਬਲ ਸਬਸੈਟਸ ਆਫ ਨੰਬਰ ਆਫ ਪੋਸੀਬਲ ਸਬਸੈਟਸ ਆਫ a ਕ੍ਰੋਸ b, ਜਿਹੜਾ a ਕ੍ਰੋਸ b ਸੈੱਟ ਹੈ ਇਸ ਦੇ ਸਬਸੈਟਸ ਕਿੰਨੇ ਹੋਣਗੇ, ਤਾਂ ਅਸੀਂ ਸਬਸੈਟਸ ਦੇ ਸੈਟਸ ਦੇ ਵਿੱਚ ਪੜ੍ਹਿਆ ਹੈ ਕਿ ਨੰਬਰ ਆਫ ਸਬਸੈਟਸ ਕਿੰਨੇ ਹੁੰਦੇ ਨੇ, 2 ਰੇਜ਼ ਟੂ ਪਾਵਰ ਨੰਬਰ ਆਫ ਐਲੀਮੈਂਟਸ। ਸੋ ਨੰਬਰ ਆਫ ਐਲੀਮੈਂਟਸ ਇਸ ਦੇ ਵਿੱਚ ਕਿੰਨੇ ਨੇ, 3, ਤਾਂ ਪੋਸੀਬਲ ਸਬਸੈਟ ਹੋ ਗਏ 2 ਇੰਟੂ 2 ਇੰਟੂ 2, ਦੈਟ ਮੀਨਸ 8 ਸਬਸੈਟ ਪੋਸੀਬਲ ਨੇ a ਕ੍ਰੋਸ b ਸੈੱਟ ਦੇ। ਐਗਜ਼ਾਮਿਨਰ ਕਈ ਵਾਰ ਘੁਮਾ ਕੇ ਕੁਐਸਚਨ ਪੁੱਛ ਲੈਂਦਾ ਹੈ, ਦੋ ਚੈਪਟਰਸ ਨੂੰ ਕੰਬਾਈਨ ਕਰਤਾ ਹੈ, ਮਿਲਾਤਾ ਹੈ, ਇੱਕ ਪਾਸੇ ਸਾਡੇ ਪਾਸ a ਕ੍ਰੋਸ b ਆ ਗਿਆ ਹੈ ਅਤੇ ਇੱਕ ਪਾਸੇ ਸਾਡੇ ਪਾਸ ਸਬਸੈਟਸ ਆ ਗਿਆ ਹੈ, ਇਹ ਹੋਰ ਚੈਪਟਰ ਸਾਡਾ। ਤਾਂ ਦੋਨਾਂ ਨੂੰ ਕੰਬਾਈਨ ਕਰਕੇ ਅਸੀਂ ਇਹ ਵਾਲਾ ਜਿਹੜਾ ਕੰਸੈਪਟ ਆ ਕ੍ਰੀਏਟ ਕੀਤਾ ਹੈ ਕਿ ਤੁਹਾਨੂੰ ਇਹ ਦਿੱਤਾ ਨੰਬਰ ਆਫ ਐਲੀਮੈਂਟਸ ਇਨ ਏ, ਨੰਬਰ ਆਫ ਐਲੀਮੈਂਟਸ ਇਨ ਬੀ ਦਿੱਤਾ, ਅਤੇ ਇਹ ਪੁੱਛਣ ਦੀ ਬਜਾਏ ਕਿ a ਕ੍ਰੋਸ b ਦੇ ਵਿੱਚ ਕਿੰਨੇ ਐਲੀਮੈਂਟ ਹੋਣਗੇ, ਕੁਐਸਚਨ ਪੁੱਛ ਲਿਆ ਫਾਈਂਡ ਦੀ ਪੋਸੀਬਲ ਸਬਸੈਟਸ ਆਫ a ਕ੍ਰੋਸ b। ਤਾਂ ਸਟੂਡੈਂਟ ਅਕਸਰ ਇੱਥੇ ਇਹ ਨੰਬਰ ਆਫ ਐਲੀਮੈਂਟਸ ਫਾਈਂਡ ਕਰਕੇ ਛੱਡ ਦਿੰਦੇ ਨੇ ਕਿ 3 ਐਲੀਮੈਂਟਸ ਹੋਣਗੇ ਜੀ, ਬਟ ਪੁੱਛਿਆ ਕੀ ਗਿਆ ਕਿ ਨੰਬਰ ਆਫ ਪੋਸੀਬਲ ਸਬਸੈਟਸ ਕਿੰਨੇ ਹੋਣਗੇ। ਪਹਿਲਾਂ ਐਲੀਮੈਂਟਸ ਫਾਈਂਡ ਕਰਾਂਗੇ, ਉਸ ਤੋਂ ਬਾਅਦ 2 ਰੇਜ਼ ਟੂ ਪਾਵਰ n ਕਰਕੇ ਪੋਸੀਬਲ ਸਬਸੈਟਸ ਫਾਈਂਡ ਕਰਾਂਗੇ। ਕਈ ਵਾਰ ਕੰਪੀਟੀਸ਼ਨ ਦੇ ਵਿੱਚ ਕੁਐਸਚਨ ਆ ਜਾਂਦਾ ਹੈ। ਦੋਸਤੋ ਸਪੋਜ਼ ਸਾਡੇ ਪਾਸ ਇੱਕ ਸੈੱਟ A ਹੈ ਅਤੇ ਦੂਸਰਾ ਸੈੱਟ ਸਾਡੇ ਪਾਸ ਐਮਪਟੀ ਸੈੱਟ ਹੈ, ਤਾਂ A ਕ੍ਰੋਸ ਜੋ ਸਾਡਾ ਐਮਪਟੀ ਸੈੱਟ, ਸਪੋਜ਼ ਇਹ ਸੈੱਟ ਦਾ ਨਾਮ ਅਸੀਂ B ਰੱਖ ਲੈਂਦੇ ਹਾਂ, B ਐਮਪਟੀ ਸੈੱਟ ਹੈ, ਤਾਂ A ਕ੍ਰੋਸ B ਦੇ ਵਿੱਚ ਨੰਬਰ ਆਫ ਐਲੀਮੈਂਟਸ ਕਿੰਨੇ ਆਉਣਗੇ, ਦੱਸ ਸਕਦੇ ਹੋ। ਤਾਂ ਐਮਪਟੀ ਸੈੱਟ ਦਾ ਮਤਲਬ ਕਿ ਇਹਦੇ ਵਿੱਚ ਨੰਬਰ ਆਫ ਐਲੀਮੈਂਟਸ ਕਿੰਨੇ ਨੇ, 0, ਤਾਂ 0 ਇੰਟੂ ਇਹਦੇ ਵਿੱਚ ਜਿੰਨੇ ਮਰਜ਼ੀ ਐਲੀਮੈਂਟਸ ਹੋਣ ਕੋਈ ਫਰਕ ਨਹੀਂ ਪੈਂਦਾ ਹੈ ਸਾਡੇ ਪਾਸ, ਤਾਂ ਆਨਸਰ ਕੀ ਆਊਗਾ, 0 ਆਊਗਾ। ਦੈਟ ਮੀਨਸ A ਕ੍ਰੋਸ B ਵੀ ਕੀ ਹੋਊਗਾ, ਐਮਪਟੀ ਸੈੱਟ ਹੀ ਹੋਊਗਾ। ਦੇਖੋ ਅਸੀਂ ਮੈਚ ਦੀ ਐਗਜ਼ਾਮਪਲ ਲਈ ਸੀ, ਇੱਧਰ ਸੈੱਟ A ਹੈ, ਜਿੰਨੀਆਂ ਮਰਜ਼ੀ ਟੀਮਾਂ ਹੋਣ ਇੱਧਰ, ਜਦੋਂ B ਵਾਲੀ ਸਾਈਡ ਕੋਈ ਟੀਮ ਹੀ ਨਹੀਂ ਹੈ ਤਾਂ ਖੇਡਣਗੀਆਂ ਕਿਹਦੇ ਨਾਲ ਇਸ ਸਾਈਡ, ਜੇ ਮੈਂ A ਅਤੇ B ਗਰੁੱਪ ਦੇ ਵਿੱਚ ਮੈਚ ਕਰਾਉਣਾ ਹੋਵੇ ਤਾਂ ਇੱਧਰ ਤਾਂ ਕੋਈ ਹੈ ਹੀ ਨਹੀਂ ਹੈ, ਤਾਂ ਮੈਚ ਹੋਊਗਾ ਹੀ ਨਹੀਂ। ਸੋ ਦੈਟ ਮੀਨਸ ਇਹ ਕੀ ਹੋਏਗਾ, ਐਮਪਟੀ ਹੋਏਗਾ, ਖਾਲੀ ਹੈ। ਤਾਂ ਇਸ ਤੋਂ ਬਾਅਦ ਸਾਡੇ ਪਾਸ ਰੀਪ੍ਰਜੈਂਟੇਸ਼ਨ ਹੈ। ਤਾਂ ਦੋਸਤੋ ਅਸੀਂ A ਕ੍ਰੋਸ B ਨੂੰ ਦੋ ਤਰੀਕੇ ਨਾਲ ਰੀਪ੍ਰਜੈਂਟ ਕਰ ਸਕਦੇ ਹਾਂ, ਇੱਕ ਤੁਸੀਂ ਦੇਖ ਚੁੱਕੇ ਹੋ, ਉਹ ਆਪਾਂ ਫਿਰ ਤੋਂ ਡਿਸਕਸ ਕਰ ਲਾਂਗੇ, ਦੂਸਰਾ ਸਾਡੇ ਪਾਸ ਹੈ ਗ੍ਰਾਫੀਕਲ। ਇਹ ਵੀ ਤੁਸੀਂ ਲੋਅਰ ਕਲਾਸਿਸ ਦੇ ਵਿੱਚ ਪੜ੍ਹਿਆ ਹੋਇਆ, ਗ੍ਰਾਫੀਕਲ ਰੀਪ੍ਰਜੈਂਟੇਸ਼ਨ। ਸੋ ਗ੍ਰਾਫੀਕਲ ਰੀਪ੍ਰਜੈਂਟੇਸ਼ਨ ਜਿਸ ਤਰ੍ਹਾਂ ਤੁਸੀਂ XY ਬਣਾਏ ਹੋਏ ਸੀ ਗ੍ਰਾਫ ਦੇ ਉੱਪਰ, ਕਿ ਇਸ ਸਾਈਡ X, ਇਸ ਸਾਈਡ Y, ਤਾਂ ਇੱਥੇ ਅਸੀਂ ਲੈ ਲੈਣਾ ਇੱਕ ਸਾਈਡ A, ਇਸ ਸਾਈਡ B। ਤਾਂ ਸਪੋਜ਼ ਮੇਰੇ ਪਾਸ A ਸੈੱਟ ਕੀ ਹੈ, ਇਹਦੇ ਐਲੀਮੈਂਟ ਕੀ ਨੇ, 1, 2 ਨੇ, ਅਤੇ B ਮੇਰੇ ਪਾਸ ਕੀ ਹੈ, 2, 3 ਹੈ।
ਤਾਂ A क्रॉस B ਦੇ ਵਿੱਚ ਕੀ ਆਏਗਾ 1, 2 1 ਦੇ ਨਾਲ 2 ਲੱਗੇਗਾ 1 ਦੇ ਨਾਲ 3 ਵੀ ਲੱਗੇਗਾ 2 ਦੇ ਨਾਲ 2 ਤੇ 2 ਦੇ ਨਾਲ 3 ਸੋ 4 ਐਲੀਮੈਂਟਸ ਆ ਗਏ ਮੇਰੇ ਪਾਸ। ਮੈਂ 1, 2 ਜਿਹੜਾ ਪਲੋਟ ਕਰਨਾ ਦੇਖੋ x, y ਪਲੋਟ ਕੀਤਾ ਅਸੀਂ ਲੋਅਰ ਕਲਾਸ ਦੇ ਵਿੱਚ x ਵੱਲ 1 ਜਾਣਾ ਹੈ ਤੇ y ਵੱਲ ਸਪੋਜ਼ 2 ਜਾਣਾ ਹੈ ਤਾਂ ਇਹ 1 ਹੈ ਇਹ 2 ਹੈ ਤਾਂ x ਵੱਲ 1 y ਵੱਲ 2 ਤਾਂ ਇਹ ਪੁਆਇੰਟ ਕੀ ਬਣ ਗਿਆ ਸਾਡਾ 1, 2 ਤਾਂ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੋ ਗਈ ਸਾਡੀ ਇੱਕ ਤਰ੍ਹਾਂ ਨਾਲ ਇਹ ਬਟ ਇਸ ਨੂੰ ਅਸੀਂ ਐਰੇ ਦੇ ਰੂਪ ਦੇ ਵਿੱਚ ਦਰਸਾਉਂਦੇ ਹਾਂ ਇਸ ਤਰ੍ਹਾਂ ਕਿ ਅਸੀਂ ਲਾਈਨਿੰਗ ਕਰ ਦਿੰਦੇ ਹਾਂ ਤਾਂ ਇਹ ਜਿਹੜੀ ਕ੍ਰਾਸ ਹੈ ਸਾਡਾ 1, 2 ਹੈ 1, 3 ਤਾਂ 1, 3 ਵਾਸਤੇ ਇੱਥੇ ਨੈਕਸਟ 3 ਆ ਜਾਏਗਾ ਸਾਡੇ ਪਾਸ 1, 3 ਇਹ ਪੁਆਇੰਟ ਬਣਦਾ ਸਾਡਾ ਤਾਂ ਇਹ ਵਾਲਾ ਤੁਸੀਂ ਕਰ ਚੁੱਕੇ ਹੋ ਲੋਅਰ ਕਲਾਸਿਸ ਦੇ ਵਿੱਚ ਈਜ਼ੀ ਹੈ। ਤੇ ਦੂਸਰਾ ਸਾਡੇ ਪਾਸ ਹੈ ਡਾਇਗਰਾਮ ਡਾਇਰੈਕਟਲੀ ਡਾਇਗਰਾਮ ਬਣਾਉਣੀ ਹੈ ਸਪੋਜ਼ A ਵਾਲੇ ਐਲੀਮੈਂਟਸ ਅਸੀਂ ਇੱਧਰ ਲਿਖ ਲੈਣੇ ਨੇ 1, 2 B ਵਾਲੇ ਐਲੀਮੈਂਟ ਅਸੀਂ ਇੱਧਰ ਲਿਖ ਲੈਣੇ ਨੇ 2, 3 ਸੋ 1 2 ਨਾਲ ਤੇ 1 3 ਨਾਲ ਜਾਏਗਾ ਇਸੇ ਤਰ੍ਹਾਂ 2 2 ਨਾਲ ਵੀ ਜਾਏਗਾ 2 3 ਨਾਲ ਵੀ ਜਾਏਗਾ ਇਸ ਤਰ੍ਹਾਂ ਅਸੀਂ ਐਰੋ ਜਿਹੜਾ ਹੈ ਬਣਾ ਦਿੰਦੇ ਹਾਂ ਤਾਂ ਇੱਕ ਇਹ ਸਾਈਨ ਨੂੰ ਬਣ ਜਾਏਗਾ ਤਾਂ ਇਹ ਸਾਡੇ ਪਾਸ ਕੀ ਹੋ ਗਿਆ ਰਿਪਰੈਜ਼ੈਂਟੇਸ਼ਨ ਹੋ ਗਈ ਹੈ ਕਿਸ ਦੀ A क्रॉस B ਦੀ ਕਾਰਟੀਜ਼ੀਅਨ ਪ੍ਰੋਡਕਟ ਆਫ ਟੂ ਸੈਟਸ ਦੀ। ਇਸ ਤੋਂ ਬਾਅਦ ਦੋਸਤੋ ਅਸੀਂ ਐਕਸਰਸਾਈਜ਼ 2.1 ਜਿਹੜੀ ਡਿਸਕਸ ਕਰ ਲੈਂਦੇ ਹਾਂ ਜਿਹੜੀ ਕਿ ਇਹਨਾਂ ਦੇ ਬੇਸਡ ਹੈ ਆਰਡਰਡ ਪੇਅਰ ਕਾਰਟੀਜ਼ੀਅਨ ਪ੍ਰੋਡਕਟ ਦੇ ਬੇਸਡ ਹੈ ਈਜ਼ੀ ਹੈ। ਇਸ ਤੋਂ ਬਾਅਦ ਸਾਡਾ ਨੈਕਸਟ ਟੌਪਿਕ ਹੋਏਗਾ ਰਿਲੇਸ਼ਨਸ ਤਾਂ ਕੁਐਸਚਨ ਸ਼ੁਰੂ ਕਰਦੇ ਹਾਂ ਆਪਾਂ। ਸੋ ਐਕਸਰਸਾਈਜ਼ ਦਾ ਕੁਐਸਚਨ ਨੰਬਰ 1 ਸਾਡੇ ਪਾਸ ਇਕੁਐਲਿਟੀ ਆਫ ਆਰਡਰਡ ਪੇਅਰਸ ਦੇ ਬੇਸਡ ਹੈ ਦੋ ਆਰਡਰਡ ਪੇਅਰ ਨੇ ਸਾਡੇ ਪਾਸ ਦੋਨੇ ਕੀ ਦਿੱਤੇ ਨੇ ਸਾਨੂੰ ਇਕੁਅਲ ਤਾਂ ਦੇਖੋ ਫਸਟ ਐਲੀਮੈਂਟ ਫਸਟ ਦੇ ਬਰਾਬਰ ਸੈਕੰਡ ਐਲੀਮੈਂਟ ਸੈਕੰਡ ਦੇ ਬਰਾਬਰ ਇਹ ਅਸੀਂ 10th ਕਲਾਸ 'ਚ ਵੀ ਕੀਤਾ ਹੈ x/3 + 1 ਕਿਸ ਦੇ ਬਰਾਬਰ ਆਏਗਾ 5/3 ਦੇ ਤੇ y-2/3 ਕਿਸ ਦੇ ਬਰਾਬਰ ਆਏਗਾ 1/3 ਦੇ। ਸੋ ਇੱਥੇ ਅਸੀਂ 1 ਨੂੰ ਇੱਧਰ ਆ ਕੇ ਸਬਟਰੈਕਟ ਕਰ ਦਿੰਦੇ ਹਾਂ x/3 = 5/3 - 1 ਬਟਰਫਲਾਈ so x/3 3 × 1 is 3 5 - 3/3 so 5 - 3 ਮੇਰੇ ਪਾਸ ਕੀ ਰਹਿ ਜਾਂਦਾ ਹੈ 2/3 3 cancels out so x is equal to 2 so x 2 ਆ ਗਿਆ ਸਾਡੇ ਪਾਸ। ਇਸੇ ਤਰ੍ਹਾਂ 2/3 ਨੂੰ ਰਾਈਟ ਹੈਂਡ ਸਾਈਡ ਲੈ ਜਾਂਦੇ ਹਾਂ y is equal to 1/3 + 2/3 ਡਿਨੋਮੀਨੇਟਰ ਸੇਮ ਹੈ ਅਸੀਂ ਡਾਇਰੈਕਟਲੀ ਐਡ ਜਾਂ ਸਬਟਰੈਕਟ ਕਰ ਸਕਦੇ ਹਾਂ ਬਰਾਬਰ ਨੇ 2 ਤੇ 1 3 3 ਨਾਲ 3 ਕੱਟ ਗਿਆ ਤਾਂ y ਕਿੰਨਾ ਆ ਗਿਆ 1। ਸੋ ਇਹ ਜਿਹੜਾ ਕੁਐਸਚਨ ਹੈ 10th ਕਲਾਸ ਦੇ ਬੇਸਡ ਹੈ ਤਾਂ ਵੈਲਿਊਜ਼ ਚੇਂਜ ਹੋ ਸਕਦੀਆਂ ਪੇਪਰ ਦੇ ਵਿੱਚ ਬਟ ਕੁਐਸਚਨ ਈਜ਼ੀ ਹੈ। ਇਸ ਤੋਂ ਬਾਅਦ ਕੁਐਸਚਨ ਨੰਬਰ 2 ਕੁਐਸਚਨ ਨੰਬਰ 2 ਦੇ ਵਿੱਚ ਸਾਨੂੰ ਕੀ ਬਣਾ ਹੈ if the set A has 3 elements and B is equal to 3, 4, 5 find number of elements in A क्रॉस B ਥੋੜਾ ਜਿਹਾ ਕੁਐਸਚਨ ਘੁਮਾ ਕੇ ਦਿੱਤਾ ਹੋਇਆ ਹੈ ਤੇ number of elements in A that means number of elements in A ਕੀ ਹੈ 3 ਹੈ ਤੇ ਨੰਬਰ ਆਫ ਐਲੀਮੈਂਟਸ ਇਨ B ਦੀ ਗੱਲ ਨਹੀਂ ਕੀਤੀ ਅਸੀਂ ਗਿਣ ਲੈਂਦੇ ਹਾਂ ਜੇ ਉਹਨੇ ਨਹੀਂ ਦੱਸਿਆ ਅਸੀਂ ਕਾਊਂਟ ਕਰ ਲੈਂਦੇ ਹਾਂ 1 2 3 ਤਾਂ ਨੰਬਰ ਆਫ ਐਲੀਮੈਂਟਸ ਇਨ B ਵੀ ਕਿੰਨੇ ਨੇ 3 ਨੇ ਤਾਂ ਅਸੀਂ ਸਿੱਖਿਆ ਹੈ ਕਿ ਨੰਬਰ ਆਫ ਐਲੀਮੈਂਟਸ ਇਨ A क्रॉस B ਕਿੰਨੇ ਹੁੰਦੇ ਨੇ ਨੰਬਰ ਆਫ ਐਲੀਮੈਂਟਸ ਇਨ A ਗੁਣਾ ਨੰਬਰ ਆਫ ਐਲੀਮੈਂਟਸ ਇਨ B 3 ਗੁਣਾ 3 ਹੀ ਕਰਨਾ ਹੈ 3 ਤੀਏ ਸੋ 9 ਕੀ ਹੋ ਗਿਆ ਸਾਡਾ ਆਨਸਰ ਹੋ ਗਿਆ ਨੰਬਰ ਆਫ ਐਲੀਮੈਂਟਸ ਇਨ A क्रॉस B ਕਿੰਨੇ ਹੋ ਗਏ 9। ਕੁਐਸਚਨ ਨੰਬਰ 3 ਦੇ ਵਿੱਚ ਸਾਨੂੰ ਪੁੱਛਿਆ ਗਿਆ ਹੈ ਫਾਈਂਡ G क्रॉस H G ਤੇ H ਦਾ ਅਸੀਂ ਕਾਰਟੀਜ਼ੀਅਨ ਪ੍ਰੋਡਕਟ ਲੈਣਾ ਹੈ ਇਸੇ ਤਰ੍ਹਾਂ H ਤੇ G ਦਾ ਲੈਣਾ ਹੈ ਇੱਕ ਵਾਰ G ਅੱਗੇ ਹੈ ਤੇ ਇੱਕ ਵਾਰ H ਅੱਗੇ ਹੈ ਸੋ ਈਜ਼ੀ ਹੈ ਵੀ G क्रॉस H G ਦੇ ਐਲੀਮੈਂਟ ਅੱਗੇ ਲਿਖਣੇ ਸੋ ਪਹਿਲਾਂ ਦੇਖੋ 7 ਲਿਖ ਲੈਂਦੇ ਆਪਾਂ 7 ਦੇ ਨਾਲ H ਲਿਖਦੇ ਜਾਂਦੇ ਹਾਂ 7 ਦੇ ਨਾਲ ਲਿਖਿਆ 5 7 ਦੇ ਨਾਲ ਲਿਖਿਆ 4 7 ਦੇ ਨਾਲ ਲਿਖਿਆ 2 ਦੇਖੋ 7 ਲਿਖਿਆ ਇਸ ਦੇ ਨਾਲ ਇਸ ਦਾ ਐਲੀਮੈਂਟ 5 ਲਿਖ ਲਿਆ ਫਿਰ 4 ਵੀ ਲਿਖ ਲਿਆ ਫਿਰ 2 ਵੀ ਲਿਖ ਲਿਆ ਇਹ ਸਾਡੇ ਆਰਡਰਡ ਪੇਅਰ ਬਣ ਗਏ ਠੀਕ ਹੈ ਜੀ ਇਹ ਸੈੱਟ ਬਣਨਾ ਫਸਟ ਐਲੀਮੈਂਟ ਕੰਪਲੀਟ ਹੋ ਗਿਆ ਫਿਰ ਮੈਂ ਹੁਣ ਦੂਸਰਾ ਲੈ ਲੈਣਾ 8 8 ਦੇ ਨਾਲ ਸਾਰੇ ਐਲੀਮੈਂਟ ਲਿਖਦੇ ਜਾਵਾਂਗੇ 5 ਫਿਰ 8 4 ਫਿਰ 8 2 ਤਾਂ ਸਾਡੇ ਕੀ ਨੇ ਆਰਡਰਡ ਪੇਅਰ ਨੇ ਤੇ ਸਾਡਾ ਸੈੱਟ ਬਣ ਗਿਆ ਜੀ G क्रॉस H G ਦੇ ਐਲੀਮੈਂਟ ਅੱਗੇ ਲਿਖੇ ਨੇ H ਦੇ ਐਲੀਮੈਂਟ ਪਿੱਛੇ ਲੱਗੇ ਨੇ ਫਰੰਟ ਵਾਲਾ ਐਲੀਮੈਂਟ G ਦਾ ਹੈ ਤੇ ਲਾਸਟ ਵਾਲਾ ਐਲੀਮੈਂਟ H ਦਾ ਹੈ। ਦੂਸਰਾ ਸਾਨੂੰ ਪੁੱਛਿਆ ਗਿਆ H क्रॉस G ਸੋ ਇਸ ਦੇ ਵਿੱਚ ਅਸੀਂ H ਦੇ ਐਲੀਮੈਂਟ ਅੱਗੇ ਲਿਖਣੇ ਨੇ G ਦੇ ਐਲੀਮੈਂਟ ਪੇਅਰ ਦੇ ਵਿੱਚ ਪਿੱਛੇ ਜਾਣਗੇ ਆਰਡਰਡ ਪੇਅਰ ਹੈ ਸਾਡਾ ਫਰੰਟ ਤੇ H ਹੈ
ਪਿੱਛੇ G ਹੈ ਤਾਂ ਪਹਿਲਾਂ H ਤੋਂ ਸ਼ੁਰੂ ਕਰਨਾ, H ਅੱਗੇ ਹੈ ਤਾਂ ਮੈਂ ਇਹਦਾ ਐਲੀਮੈਂਟ ਲੈ ਲੈਣਾ 5, ਇਸ ਦੇ ਨਾਲ G ਦੇ ਐਲੀਮੈਂਟ ਲਿਖਦੇ ਸਾਰੀ 7, 5 ਨਾਲ ਕੀ ਆਏਗਾ 8, ਤਾਂ ਦੋ ਹੀ ਆਰਡਰ ਪੇਅਰ ਬਣ ਗਏ ਵਾਲੇ ਪੋਸੀਬਲ। ਫਿਰ ਨੈਕਸਟ ਐਲੀਮੈਂਟ 4 ਲਿਖ ਲੈਂਦੇ ਹਾਂ, 4 ਦੇ ਨਾਲ 7 ਆਏਗਾ ਇੱਕ ਵਾਰ, ਸੋ 4, 7 ਤੇ ਦੂਸਰੀ ਵਾਰ ਕੀ ਆਏਗਾ 4, 8। ਇਸੇ ਤਰ੍ਹਾਂ ਲਾਸਟ ਐਲੀਮੈਂਟ 2 ਹੈ, 2 ਦੇ ਨਾਲ 7 ਆਏਗਾ ਤੇ 2 ਦੇ ਨਾਲ 8 ਆਊਗਾ। ਸੋ ਆਰਡਰਡ ਪੇਅਰ ਕਿੰਨੇ ਹੋ ਗਏ ਸਾਡੇ ਪਾਸ, ਦੇਖੋ ਬਰਾਬਰ ਹੋਣੇ ਚਾਹੀਦੇ, ਨੰਬਰ ਬਰਾਬਰ ਹੋਣਾ ਚਾਹੀਦਾ, ਐਲੀਮੈਂਟਸ ਜਿਹੜੇ ਨੇ ਆਰਡਰਡ ਪੇਅਰ ਜਿਹੜੇ ਨੇ ਉਹ ਨਹੀਂ ਬਰਾਬਰ ਹੈਗੇ, ਉਹਨਾਂ ਦੀ ਗਿਣਤੀ ਬਰਾਬਰ ਹੈ। 1 2 3 4 5 6, 1 2 3 4 5 6, ਤਾਂ ਇਹਦੇ ਵਿੱਚ 2 ਐਲੀਮੈਂਟ ਸੀ, ਇਹਦੇ ਵਿੱਚ 3 ਐਲੀਮੈਂਟ ਨੇ, ਤਾਂ G × H ਦੇ ਵਿੱਚ ਕਿੰਨੇ ਹੋਣੇ ਚਾਹੀਦੇ ਸੀ, 2 ਤੀਏ 6, ਤਾਂ ਅਸੀਂ ਦੋਨੋਂ ਫਾਈਂਡ ਕਰ ਲਏ ਨੇ। ਕੁਐਸਚਨ ਨੰਬਰ 4 ਜਿਹੜਾ ਟਰੂ ਫਾਲਸ ਦੇ ਬੇਸਡ ਹੈ, ਸਟੇਟ ਵੈਦਰ ਟਰੂ ਔਰ ਫਾਲਸ, ਇਫ ਫਾਲਸ ਰੀਰਾਈਟ ਦਾ ਸਟੇਟਮੈਂਟ। ਕਹਿੰਦੇ ਜੇ ਤਾਂ ਠੀਕ ਹੈ ਫਿਰ ਤਾਂ ਓਕੇ ਹੈ, ਟਰੂ ਕਰ ਦਿਓ, ਜੇ ਫਾਲਸ ਹੈ ਤਾਂ ਸਹੀ ਲਿਖੋ ਉਸਨੂੰ। ਸੋ ਫਸਟ ਕੀ ਹੈ ਸਾਡੇ ਪਾਸ, P ਸੈੱਟ ਹੈ ਸਾਡੇ ਪਾਸ, ਉਸ ਦੇ ਵਿੱਚ ਐਲੀਮੈਂਟ ਨੇ M, N, ਕਿਉਂ ਦੂਸਰਾ ਸੈੱਟ ਹੈ ਉਸਦੇ ਐਲੀਮੈਂਟ ਨੇ N, N, ਤੇ P × Q ਦੇ ਵਿੱਚ ਉਸਨੇ 2 ਐਲੀਮੈਂਟ ਲਿਖੇ ਨੇ ਆਰਡਰਡ ਪੇਅਰ M, N ਤੇ N, M। ਸੋ ਦੋਸਤੋ ਨੰਬਰ ਆਫ ਐਲੀਮੈਂਟਸ ਇਹਦੇ ਵਿੱਚ 2 ਨੇ, ਇਹਦੇ ਵਿੱਚ 2 ਨੇ, ਤਾਂ ਜੋ P × Q ਹੋਊਗਾ ਉਹਦੇ ਵਿੱਚ ਕਿੰਨੇ ਹੋਣੇ ਚਾਹੀਦੇ ਨੇ 4, ਤੇ ਇੱਥੇ ਲਿਖੇ ਕਿੰਨੇ ਨੇ ਉਹਨੇ 2 ਲਿਖੇ ਨੇ, ਦੈਟ ਮੀਨਸ ਇਟ ਇਜ਼ ਫਾਲਸ। ਤਾਂ ਸਾਨੂੰ P × Q ਜਿਹੜਾ ਹੈ ਉਹ ਸਹੀ ਕਰਕੇ ਲਿਖਣਾ ਪਊਗਾ। M ਲਿਖਿਆ ਇਹਦਾ ਐਲੀਮੈਂਟ ਕਿਉਂਕਿ P ਅੱਗੇ ਹੈ, ਇਸ ਦਾ ਐਲੀਮੈਂਟ N, ਇਸ ਦਾ ਐਲੀਮੈਂਟ M ਹੈ ਜੀ ਰੱਖਿਆ ਹੋਇਆ ਆਪਾਂ ਨੇ, ਫਿਰ ਇਸ ਦਾ ਐਲੀਮੈਂਟ M, 2 ਪੇਅਰ ਬਣੇ। ਇਸ ਤੋਂ ਬਾਅਦ ਅਸੀਂ N ਲੈ ਲੈਣੇ ਇਸ ਦਾ ਐਲੀਮੈਂਟ N, ਇਸ ਦਾ ਐਲੀਮੈਂਟ ਵੀ N ਫਿਰ ਲੈਣਾ ਆਪਾਂ ਨੇ ਕਿਉਂਕਿ ਅੱਗੇ ਇੱਕ ਐਲੀਮੈਂਟ ਰਹਿੰਦਾ ਹੈ M, ਤਾਂ ਵਾਰੀ ਲਿਖਦੇ ਜਾਣੇ, ਬਸ ਸਾਡੇ ਬਣ ਗਏ 4 ਆਰਡਰਡ ਪੇਅਰ। ਸੋ 2 ਉਹਨੇ ਦਿੱਤੇ ਸੀ, ਉਹਨੇ 2 ਨਹੀਂ ਸੀ ਦਿੱਤੇ, M, M ਨਹੀਂ ਸੀ ਲਿਖਿਆ ਤੇ N, N ਨਹੀਂ ਸੀ ਲਿਖਿਆ, ਉਹ ਅਸੀਂ ਜਿਹੜੀ ਉਸਦੀ ਮਿਸਟੇਕ ਆ ਉਸਨੂੰ ਰੈਕਟੀਫਾਈ ਕਰਤਾ ਹੈ। ਨੈਕਸਟ ਸਾਡੇ ਪਾਸ ਪਾਰਟ 2 ਹੈ, ਇਫ A ਐਂਡ B ਆਰ ਨੋਨ ਐਮਪਟੀ ਸੈਟਸ। ਦੇਖੋ ਨੋਨ ਐਮਪਟੀ ਨੇ, ਖਾਲੀ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਕੋਈ ਵੀ, ਦੈਨ A × B ਇਜ਼ ਨੋਨ ਐਮਪਟੀ ਸੈੱਟ। ਬਿਲਕੁਲ ਸਹੀ ਹੈ, ਜੇ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਐਮਪਟੀ ਨਾ ਹੋਏ, ਆਪਾਂ ਨੇ ਪੜ੍ਹਿਆ ਸੀ ਕਿ ਜੇਕਰ A × ਮੈਂ ਐਮਪਟੀ ਸੈੱਟ ਲੈਣਾ ਤਾਂ ਆਨਸਰ ਕੀ ਆਉਂਦਾ ਹੈ, ਐਮਪਟੀ ਆਉਂਦਾ ਹੈ। ਹੁਣ ਉਹਨੇ ਕਿਹਾ ਨੋਨ ਐਮਪਟੀ, A ਤੇ B ਨੋਨ ਐਮਪਟੀ ਨੇ, ਮੀਨਸ A ਵੀ ਕੀ ਹੈ ਨੋਨ ਐਮਪਟੀ ਹੈ, B ਹੈ ਪ੍ਰੋਪਰ, ਤਾਂ ਰਿਜ਼ਲਟ ਕੀ ਆਊਗਾ ਨੋਨ ਐਮਪਟੀ ਆਊਗਾ। ਇੱਥੇ ਤੱਕ ਸਟੇਟਮੈਂਟ ਸਹੀ ਹੈ। ਆਫ ਆਰਡਰਡ ਪੇਅਰ X, Y, ਜਿਹੜਾ A × B ਹੈ ਉਹਦੇ ਵਿੱਚ ਕਿੱਦਾਂ ਦੇ ਐਲੀਮੈਂਟ ਕਹਿ ਰਿਹਾ ਇਹ X, Y, ਸੱਚ ਦੈਟ ਫਸਟ ਐਲੀਮੈਂਟ ਜਿਹੜਾ ਹੈ ਉਹ ਕਿੱਥੋਂ ਹੋਣਾ ਚਾਹੀਦਾ ਹੈ, A × B ਹੈ ਨਾ, ਤਾਂ ਫਸਟ ਐਲੀਮੈਂਟ ਕਿੱਥੋਂ ਹੋਣਾ ਚਾਹੀਦਾ A ਤੋਂ, ਤਾਂ ਉਹਨੇ ਕੀ ਲਿਖਿਆ X ਬਿਲੋਂਗਸ ਟੂ A, ਸਹੀ ਲਿਖਿਆ ਹੈ। ਸੈਕੰਡ ਐਲੀਮੈਂਟ Y ਕਿੱਥੋਂ ਹੋਣਾ ਚਾਹੀਦਾ ਹੈ B ਤੋਂ, ਤਾਂ B ਤੋਂ ਲਿਖਿਆ ਹੈ, ਬਿਲਕੁਲ ਸਟੇਟਮੈਂਟ ਕੀ ਹੈ ਟਰੂ ਹੈ। ਇਸੇ ਤਰ੍ਹਾਂ ਪਾਰਟ 3 ਹੈ ਸਾਡੇ ਪਾਸ, ਇਫ A ਇਜ਼ ਇਕੁਅਲ ਟੂ 1, 2, 2 ਐਲੀਮੈਂਟਸ ਨੇ, B ਦੇ ਵਿੱਚ 3, 4, ਇਹਦੇ ਵਿੱਚ ਵੀ 2 ਐਲੀਮੈਂਟਸ ਨੇ, ਦੈਨ ਫਾਈਂਡ A × B ਇੰਟਰਸੈਕਸ਼ਨ 5 ਇਜ਼ ਇਕੁਅਲ ਟੂ 5। ਅਸੀਂ ਇਹ ਵੈਰੀਫਾਈ ਕਰਨਾ ਹੈ ਕਿ ਮੈਂ B ਦੀ ਇੰਟਰਸੈਕਸ਼ਨ ਐਮਪਟੀ ਸੈੱਟ ਦੇ ਨਾਲ ਲੈਣੀ ਆ ਅਤੇ ਉਸਦਾ ਜਿਹੜਾ ਕਾਰਟੀਸੀਅਨ ਪ੍ਰੋਡਕਟ ਆ ਉਹ A ਦੇ ਨਾਲ ਲੈਣਾ ਹੈ। ਤਾਂ ਦੇਖੋ ਜੇ ਮੈਂ B ਦੀ ਇੰਟਰਸੈਕਸ਼ਨ ਐਮਪਟੀ ਸੈੱਟ ਦੇ ਨਾਲ ਲੈਣਾ ਹੈ, B ਇੰਟਰਸੈਕਸ਼ਨ ਐਮਪਟੀ ਸੈੱਟ, ਐਮਪਟੀ ਸੈੱਟ ਤਾਂ ਖਾਲੀ ਹੈ, ਤਾਂ B ਦੇ ਨਾਲ ਉਹਦਾ ਕਾਮਨ ਕੀ ਆਊਗਾ, ਕੁਛ ਵੀ ਨਹੀਂ ਆਊਗਾ, ਤਾਂ ਇਹ ਵੀ ਕੀ ਹੋਊਗਾ ਖਾਲੀ ਹੋਊਗਾ। ਤਾਂ ਹੁਣ ਮੈਂ ਹੁਣੇ ਇੱਥੇ ਲਿਖ ਕੇ ਹਟਿਆ ਕਿ ਜੇਕਰ A × ਐਮਪਟੀ ਸੈੱਟ ਲੈਂਦੇ ਹਾਂ ਆਪਾਂ, ਇਹ ਵਾਲਾ A × ਤਾਂ B ਇੰਟਰਸੈਕਸ਼ਨ ਤਾਂ ਐਮਪਟੀ ਹੈ ਨਾ, A × ਕਿਸੇ ਐਮਪਟੀ ਸੈੱਟ ਦੇ ਆਨਸਰ ਕੀ ਹੁੰਦਾ ਸਾਡਾ ਐਮਪਟੀ ਹੁੰਦਾ, ਅਸੀਂ ਸ਼ੁਰੂ ਦੇ ਵਿੱਚ ਪੜ੍ਹਿਆ ਹੈ। ਸੋ ਇਹਨੇ ਵੀ ਕੀ ਦਿੱਤਾ ਸਾਨੂੰ ਐਮਪਟੀ ਦਿੱਤਾ, ਦੈਟ ਮੀਨਸ ਰਿਲੇਸ਼ਨ ਕੀ ਹੈ ਸਾਡੀ ਜਿਹੜੀ ਇਸ ਨੂੰ ਸਟੇਟਮੈਂਟ ਦਿੱਤੀ ਹੈ ਕੀ ਹੈ ਟਰੂ ਹੈ। ਨੈਕਸਟ ਦੋਸਤੋ ਕੁਐਸਚਨ ਨੰਬਰ 5, ਇਫ A ਸਾਡੇ ਪਾਸ ਸੈੱਟ ਹੈ -1, 1 ਅਤੇ ਸਾਨੂੰ ਕੀ ਫਾਈਂਡ ਕਰਨ ਦੇ ਲਈ ਕਿਹਾ ਗਿਆ ਹੈ ਟ੍ਰਿਪਲੈਟ A × A × A। ਹੁਣ ਅਸੀਂ 2 ਟਪਲ ਨਹੀਂ ਫਾਈਂਡ ਕਰਨਾ, 3 ਟਪਲ ਫਾਈਂਡ ਕਰਨਾ, ਡਬਲੈਟ ਨਹੀਂ ਫਾਈਂਡ ਕਰਨਾ। ਸੋ ਮੈਂ A ਨੂੰ 3 ਵਾਰ ਲਿਖ ਲੈਣਾ, ਇੱਕ ਵਾਰ ਕੁਐਸਚਨ ਥੋੜ੍ਹਾ ਜਿਹਾ ਸੌਖਾ ਹੋ ਜਾਏਗਾ ਸਾਡਾ। A -1, ਸੋ ਸਭ ਤੋਂ ਪਹਿਲਾਂ ਅਸੀਂ ਪਹਿਲਾ ਐਲੀਮੈਂਟ ਲੈਣਾ ਇਹਦਾ -1। ਦੇਖੋ A
क्रॉस ए फाइंड करन लगे असीं। ਇਹਦਾ ਐਲੀਮੈਂਟ ਲੈ ਲਿਆ, ਇਸ ਦੇ ਵਿੱਚ ਵੀ ਪਹਿਲਾਂ ਲੈ ਲੈਂਦੇ ਅਸੀਂ -1। ਤਾਂ ਦੋਨਾਂ ਦੇ ਵਿੱਚ ਪਹਿਲਾਂ ਲਿਆ, ਪਹਿਲਾਂ ਇਹਦਾ ਪਹਿਲਾ ਲਵਾਂਗੇ, ਫਿਰ ਇਸਦਾ ਦੂਸਰਾ ਲਵਾਂਗੇ। ਦੇਖੋ -1 ਇਹ ਸੇਮ ਹੀ ਰਹੂਗਾ, -1 ਸੇਮ ਰੱਖਿਆ ਆਪਾਂ ਨੇ, ਕਿਉਂਕਿ ਦੂਸਰੀ ਆਪਸ਼ਨ ਹੈਗੀ ਹੈ ਮੇਰੇ ਪਾਸ ਕਿਹੜੀ 1 ਦੀ। ਸੋ ਇਹ ਨਾ ਦੋਨਾਂ ਦੇ ਨਾਲ ਇਹ ਦੋਨੇ ਲੱਗ ਲਏ। ਤਾਂ ਹੁਣ ਮੈਂ ਇਹਨੂੰ ਤਾਂ ਫਿਕਸ ਹੀ ਰੱਖਣਾ, ਹੁਣ ਮੈਂ ਇਹਨੂੰ ਚੇਂਜ ਕਰ ਸਕਦਾ। ਸੈਕਿੰਡ ਟਾਈਮ ਮੈਂ -1 ਨੂੰ ਇੱਥੇ ਹੀ ਫਿਕਸ ਕਰ ਲਿਆ, ਕਿਉਂਕਿ ਜੀ ਇਹਦੇ ਨਾਲ ਚੇਂਜ ਕਰਨ ਦੀ ਆਪਸ਼ਨ ਹੈਗੀ ਆ। ਪਹਿਲਾਂ ਇਹ ਚੇਂਜ ਕਰੇ, ਹੁਣ ਮੈਂ ਇਹਨੂੰ ਵੀ ਚੇਂਜ ਕਰਾਂਗਾ। ਸੋ -1 ਦੇ ਨਾਲ ਕੀ ਲਾ ਲਿਆ ਇੱਥੇ ਮੈਂ 1। ਸੋ ਹੁਣ ਮੈਂ -1 +1, ਤਾਂ ਇਹ ਤੋਂ ਬਾਅਦ ਅੱਗੇ ਕਿੱਥੇ ਜਾਵਾਂਗੇ ਅਸੀਂ -1 ਫਸਟ ਕੇਸ। ਸੇਮ ਸਟੇਟਮੈਂਟ ਲਿਖਾਂਗੇ -1, ਅਤੇ ਇਸ ਦਾ ਸੈਕਿੰਡ ਕੇਸ ਕੀ ਹੋ ਗਿਆ 1। ਸੋ ਇਹਦੇ ਨਾਲ 4 ਬਣ ਗਏ। ਦੇਖੋ ਪਹਿਲਾਂ ਇਹ ਲਿਖਿਆ, ਇਹਦੇ 2 ਬਣੇ, ਪਹਿਲਾਂ ਇਹ ਲਿਖਿਆ, ਫਿਰ ਇਹ ਲਿਖਿਆ, ਇਸ ਦੇ ਫਿਰ 2 ਬਣੇ। ਤਾਂ ਹੁਣ ਸਾਰੇ ਹੋ ਗਏ ਨੇ। ਇਹ ਤੋਂ ਬਾਅਦ ਮੈਂ ਇਹਦੇ ਪਰ ਸਕਿਪ ਕਰਦਾ, ਇੱਥੇ ਛੱਡ ਦਿੰਦੇ ਆਪਾਂ। 1 ਤੋਂ ਸਟਾਰਟ ਕਰਦੇ ਹਾਂ। ਇਹਦਾ ਫਸਟ ਐਲੀਮੈਂਟ, ਇਹਦਾ ਵੀ ਫਸਟ, ਕਿਉਂਕਿ ਜੇ ਸਟਾਰਟ ਨਹੀਂ ਕੀਤਾ ਅਸੀਂ। ਇਹਦਾ ਵੀ ਫਸਟ, ਇਹਦਾ ਸੈਕਿੰਡ ਹੈ। ਇੱਥੇ ਹੈਗੀ ਆ ਗਿਆ -1। ਤਾਂ ਇਹ ਲਿਖ ਲਿਆ। ਇਹ ਤੋਂ ਬਾਅਦ ਇਹ ਦੋਨੇ ਲਿਖਾਂਗੇ ਵਾਰੀ ਵਾਰੀ, ਇਹਨਾਂ ਦੋਨਾਂ ਨੂੰ ਫਿਕਸ ਕਰ ਲੈਂਦੇ ਹਾਂ 1, -1। ਦੇਖੋ ਇਹ ਫਿਕਸ ਕਰ ਲਿਆ, ਇਹ ਫਿਕਸ ਕਰ ਲਿਆ। ਇਹਦੇ ਨਾਲ 2 ਕੇਸ ਬਣਨਗੇ, ਇੱਕ ਵਾਰ -1 ਆਊਗਾ, ਇੱਕ ਵਾਰ +1 ਆਊਗਾ। ਇਸੇ ਤਰ੍ਹਾਂ ਇਹ ਤਾਂ ਫਿਕਸ ਹੀ ਆ 1। ਹੁਣ ਪਹਿਲਾਂ ਇਹ ਫਿਕਸ ਕੀਤਾ ਸੀ, ਹੁਣ ਮੈਂ ਇਹਦੇ ਨਾਲ ਇਹਨੂੰ ਕੀ ਕਰ ਲੈਣਾ, ਫਿਕਸ ਕਰ ਲੈਣਾ 1, 1। ਤਾਂ ਹੁਣ ਮੈਂ ਇੱਕ ਵਾਰ ਇਹ ਲਿਖ ਦਿੰਦਾ -1, ਇੱਕ ਵਾਰ +1 ਲਿਖ ਦਿੰਦਾ। ਤਾਂ ਸਾਡੇ ਸਾਰੀ ਪੋਸੀਬਲ ਜਿਹੜੇ ਨੇ 8, ਕਿਉਂਕਿ ਇਹਦੇ ਵਿੱਚ ਕਿੰਨੇ ਐਲੀਮੈਂਟਸ ਨੇ 2, ਤਾਂ 2 ਦੂਣੀ 4 ਦੂਣੀ 8 ਬਣਨੇ ਚਾਹੀਦੇ ਨੇ। ਫਸਟ, ਸੈਕਿੰਡ, ਥਰਡ, 4, 5, 6, 7, 8। ਤਾਂ ਈਵਨ ਤੁਸੀਂ ਇਹਦੀ ਡਾਇਗਰਾਮ ਬਣਾ ਕੇ ਵੀ ਇਸ ਨੂੰ ਸੋਲਵ ਕਰ ਸਕਦੇ ਹੋ। ਜੇ ਤੁਹਾਨੂੰ ਇਸ ਤਰ੍ਹਾਂ ਮੁਸ਼ਕਿਲ ਆਈ ਹੈ, ਇਸ ਤਰ੍ਹਾਂ ਕਰ ਸਕਦੇ ਹੋ ਤੁਸੀਂ 1, -1, 1, -1, 1 ਤੋਂ 1 'ਤੇ ਜਾਵਾਂਗੇ ਫਸਟ। ਇਹਦੇ ਵਾਸਤੇ ਸਾਡੇ ਕੋਲ 2 ਆਪਸ਼ਨਸ ਨੇ, ਇਸ ਤਰ੍ਹਾਂ ਜਾ ਸਕਦੇ ਹਾਂ ਅਸੀਂ। 1 ਤੋਂ ਇੱਥੇ ਗਏ, ਇੱਥੇ 2 ਆਪਸ਼ਨਸ ਹੋ ਗਈਆਂ। ਫਿਰ ਅਸੀਂ ਇੱਥੋਂ ਇੱਥੇ ਜਾ ਸਕਦੇ ਹਾਂ, ਇੱਥੋਂ ਸਾਡੇ ਪਾਸ 2 ਆਪਸ਼ਨਸ ਹੋਣਗੀਆਂ। ਫਿਰ ਇੱਥੋਂ ਇੱਥੇ ਜਾ ਸਕਦੇ ਹਾਂ, ਇੱਥੋਂ ਸਾਡੇ ਪਾਸ 2 ਆਪਸ਼ਨਸ ਨੇ। ਫਿਰ ਇੱਥੋਂ ਅਸੀਂ ਇੱਥੇ ਜਾ ਸਕਦੇ ਹਾਂ, ਇੱਥੋਂ ਫਿਰ ਸਾਡੇ ਪਾਸ 2 ਆਪਸ਼ਨਸ ਨੇ। ਅਸੀਂ ਸਾਰੇ ਰਸਤੇ ਕਵਰ ਕਰਨੇ। ਇੱਥੋਂ ਇੱਥੇ ਗਏ, ਇੱਥੇ ਅਤੇ ਇੱਥੇ 2 ਪੇਅਰ। ਇੱਥੋਂ ਇੱਥੇ ਜਾਵਾਂਗੇ, ਇੱਥੋਂ ਵੀ 2 ਪੇਅਰ ਬਣ ਗਏ, ਤਾਂ ਟੋਟਲ 4 ਹੋ ਗਏ। ਫਿਰ ਇੱਥੋਂ ਸਟਾਰਟ ਕਰਾਂਗੇ, ਇੱਕ ਵਾਰ ਇੱਥੇ ਜਾਵਾਂਗੇ, ਇਹ 2 ਆਪਸ਼ਨਸ ਖੁੱਲ੍ਹਣਗੀਆਂ। ਇੱਥੋਂ ਇੱਥੇ ਜਾਵਾਂਗੇ, ਇੱਥੇ ਫਿਰ 2 ਆਪਸ਼ਨਸ ਖੁੱਲ੍ਹਣਗੀਆਂ। ਟੋਟਲ ਕਿੰਨੀਆਂ ਹੋ ਜਾਣਗੀਆਂ 8। ਇਹਦੇ ਨਾਲ ਵੀ ਤੁਹਾਡਾ ਬਣ ਜਾਏਗਾ। ਸੋ ਇਸ ਤੋਂ ਬਾਅਦ ਕੁਐਸਚਨ ਨੰਬਰ 6, ਇਫ A × B, ਸਾਨੂੰ A × B ਆਲਰੇਡੀ ਗਿਵਨ ਹੈ, ਅਸੀਂ A ਅਤੇ B ਫਾਈਂਡ ਕਰਨੇ ਆ। ਤਾਂ ਦੇਖੋ A × B ਦੀ ਡੈਫੀਨੇਸ਼ਨ ਹੈ ਕਿ ਜਿਹੜੇ ਫਸਟ ਐਲੀਮੈਂਟਸ ਹੁੰਦੇ ਨੇ ਉਹ ਸੈੱਟ A ਦੇ ਹੋਣਗੇ, ਅਤੇ ਜਿਹੜੇ ਲਾਸਟ ਐਲੀਮੈਂਟਸ ਹੋਣਗੇ ਪਿੱਛੇ ਹੋਣਗੇ ਉਹ B ਦੇ ਹੋਣਗੇ, ਸੈਕਿੰਡ ਸੈੱਟ ਦੇ ਹੋਣਗੇ। ਸੋ ਬਾਈ ਡੈਫੀਨੇਸ਼ਨ ਫਰੰਟ ਵਾਲੇ ਐਲੀਮੈਂਟ ਕਿਹਦੇ ਵਿੱਚ ਆਉਣਗੇ, ਇੱਥੇ A ਆਏਗਾ, A ਹੈ, ਇਹ B ਹੈ, ਇੱਥੇ ਵੀ ਕੀ ਹੈ B ਹੈ। ਤਾਂ A ਸੈੱਟ ਬਣ ਗਿਆ A, B, ਕਿਉਂਕਿ A × B ਹੈ ਫਸਟ ਵਾਲੇ ਐਲੀਮੈਂਟ। ਇਹ ਸਾਰੇ ਕਿਹਦੇ ਨੇ A ਦੇ ਨੇ। ਅਤੇ ਜਿਹੜੇ ਲਾਸਟ ਵਾਲੇ ਐਲੀਮੈਂਟ ਨੇ ਬੈਕ ਸਾਈਡ 'ਤੇ ਦਿੱਤੇ ਹੋਏ ਨੇ ਉਹ ਕਿਹਦੇ ਨੇ X, Y ਰਿਪੀਟ ਨਹੀਂ ਕਰਾਂਗੇ। ਸੋ ਇਹ ਹੋ ਗਿਆ ਸਾਡਾ ਸੈੱਟ A ਅਤੇ ਸੈੱਟ B। ਕਿਉਂਕਿ ਅਸੀਂ ਡੈਫੀਨੇਸ਼ਨ ਪੜ੍ਹੀ ਹੈ ਕਿ ਜਿਹੜਾ ਆਰਡਰਡ ਪੇਅਰ ਹੈ ਉਹ ਸੈੱਟ ਦੇ ਹਿਸਾਬ ਨਾਲ ਲਿਖਦੇ ਹਾਂ ਅਸੀਂ। ਜੇ ਸੈੱਟ A ਅੱਗੇ ਹੈ ਤਾਂ ਉਸਦਾ ਐਲੀਮੈਂਟ ਵੀ ਅੱਗੇ ਹੋਏਗਾ। ਤਾਂ ਇਹ ਜਿਹੜੇ ਫਰੰਟ ਵਾਲੇ ਐਲੀਮੈਂਟ ਨੇ, ਅੱਗੇ ਵਾਲੇ ਐਲੀਮੈਂਟ ਨੇ, ਤਾਂ ਉਹ ਕਿਹਦੇ ਨੇ, ਇਹ A ਦੇ ਨੇ। ਅਤੇ ਜਿੰਨੇ ਪਿੱਛੇ ਵਾਲੇ ਐਲੀਮੈਂਟਸ ਨੇ, ਕਿਉਂਕਿ ਇੱਥੇ B ਪਿੱਛੇ ਆ, ਤਾਂ ਪਿੱਛੇ ਵਾਲੇ ਐਲੀਮੈਂਟਸ ਕਿਹਦੇ ਨੇ B ਦੇ ਨੇ। ਕੁਐਸਚਨ ਨੰਬਰ 7 ਜਿਹੜਾ ਥੋੜ੍ਹਾ ਜਿਹਾ ਸਾਡਾ ਲੈਂਥੀ ਹੈ। ਸਾਨੂੰ 4 ਸੈੱਟ ਦਿੱਤੇ ਨੇ A, B, C ਅਤੇ D, ਅਤੇ ਅਸੀਂ 2 ਪਾਰਟਸ ਵੈਰੀਫਾਈ ਕਰਨੇ ਨੇ। A ਅਤੇ ਇੱਕ ਫਸਟ ਪਾਰਟ ਹੈ, ਇੱਕ ਸੈਕਿੰਡ ਪਾਰਟ ਹੈ। ਇਸ ਦੇ ਵਿੱਚ ਸਾਡੇ ਪਾਸ ਕੀ ਹੈ A × B × C। ਸੋ ਸਾਨੂੰ ਕੀ ਚਾਹੀਦਾ ਹੈ B × C ਚਾਹੀਦਾ ਹੈ, ਤਦ ਹੀ ਅਸੀਂ A × B × C ਫਾਈਂਡ ਕਰ ਸਕਦੇ ਹਾਂ। ਦੂਸਰਾ ਸਾਨੂੰ A × B ਚਾਹੀਦਾ ਹੈ, A × C ਚਾਹੀਦਾ ਹੈ। ਸੋ ਪਹਿਲਾਂ ਫਾਈਂਡ ਕਰਦੇ ਹਾਂ ਅਸੀਂ B × C। B × C ਦੇਖੋ ਤਾਂ 1, 2, 3, 4, ਇੱਧਰ 5 ਅਤੇ 6 ਕੁਛ ਕਾਮਨ ਹੈ। ਇੱਥੇ 1 ਹੈ, ਇੱਧਰ 1 ਨਹੀਂ ਹੈ, 2 ਹੈ, 2 ਨਹੀਂ ਹੈ, 3, 3 ਨਹੀਂ ਹੈ, 4, 4 ਨਹੀਂ ਹੈ, 5 ਇੱਧਰ ਨਹੀਂ ਹੈ, 6 ਇੱਧਰ ਨਹੀਂ ਹੈ, ਤਾਂ ਕੀ ਹੈ ਐਮਪਟੀ ਹੈ। B ਅਤੇ C ਦੇ ਵਿੱਚ ਕੁਛ ਵੀ ਕਾਮਨ ਨਹੀਂ।
ਦੂਸਰਾ ਮੈਨੂੰ ਚਾਹੀਦਾ ਹੈ A क्रॉस B। ਤਾਂ ਦੇਖੋ A ਦੇ ਐਲੀਮੈਂਟ ਪਹਿਲੇ ਨੰਬਰ 'ਤੇ, A ਦਾ ਮੈਂ ਐਲੀਮੈਂਟ 1 ਲਿਖ ਲੈਣਾ ਪਹਿਲਾਂ। 1 ਦੇ ਨਾਲ ਸਾਰੇ ਮੈਚ ਹੋਣਗੇ, B ਦੇ 1 ਦਾ ਵੀ ਹੋਊ, 2 ਦਾ ਵੀ, 3 ਦਾ ਵੀ ਅਤੇ 4 ਦਾ ਵੀ। 1 ਨਾਲ 1 ਵੀ ਆਊਗਾ, 1 ਨਾਲ 2 ਆਊਗਾ, 1 ਨਾਲ 3 ਆਊਗਾ, 1 ਨਾਲ 4 ਆਊਗਾ। ਇਸੇ ਤਰ੍ਹਾਂ ਫਿਰ 2 ਲੈ ਲੈਂਦੇ ਹਾਂ, 2 ਦੇ ਨਾਲ 1 ਆਊਗਾ, 2 ਦੇ ਨਾਲ 2 ਆਊਗਾ, 2 ਦੇ ਨਾਲ 3 ਵੀ ਆਉਣਾ ਹੈ, 2 ਦੇ ਨਾਲ 4 ਵੀ ਆਉਣਾ। ਦੇਖੋ ਇਸ ਦਾ ਐਲੀਮੈਂਟ 2 ਲਿਖ ਲਿਆ, 1 ਫਿਰ 2 ਫਿਰ 3 ਫਿਰ 4। ਤਾਂ ਸਾਡੇ ਪਾਸ 8 ਜਿਹੜੇ ਨੇ ਆਰਡਰਡ ਪੇਅਰ ਬਣ ਗਏ, 8 ਐਲੀਮੈਂਟ ਬਣ ਗਏ A क्रॉस B ਦੇ। ਦੂਸਰਾ ਮੈਨੂੰ ਚਾਹੀਦਾ ਹੈ A क्रॉस C, ਤਾਂ ਉਹ ਵੀ ਮੈਂ ਨੀਚੇ ਲਿਖ ਲੈਣਾ A क्रॉस C। A ਦਾ ਐਲੀਮੈਂਟ ਅੱਗੇ ਲਿਖਣੇ ਨੇ 1, 1 ਕਿਸ ਦੇ ਨਾਲ ਲੱਗੇਗਾ 5 ਦੇ ਨਾਲ ਇੱਕ ਵਾਰ ਲੱਗੂਗਾ 6 ਦੇ ਨਾਲ, 2 ਇੱਕ ਵਾਰ 5 ਦੇ ਨਾਲ, ਫਿਰ 2 ਇੱਕ ਵਾਰ 6 ਦੇ ਨਾਲ। ਸੋ 2, 5 ਅਤੇ 2, 6। ਸੋ ਹੁਣ ਅਸੀਂ ਦੇਖੋ ਦੋ ਚੀਜ਼ਾਂ ਫਾਈਂਡ ਕਰਨੀਆਂ। ਲੈਫਟ ਹੈਂਡ ਸਾਈਡ A क्रॉस ਵਿਦ B ਇੰਟਰਸੈਕਸ਼ਨ C। ਤਾਂ ਜੇ ਮੈਂ A ਨੂੰ B ਇੰਟਰਸੈਕਸ਼ਨ C ਦੇ ਨਾਲ ਕ੍ਰੋਸ ਪ੍ਰੋਡਕਟ ਲੈਣਾ, ਇਹਦਾ ਕਾਰਟੀਜ਼ੀਅਨ ਪ੍ਰੋਡਕਟ ਲੈਣਾ ਹੈ, ਤਾਂ ਦੇਖੋ B ਇੰਟਰਸੈਕਸ਼ਨ C ਕੀ ਹੈ, ਇੱਕ ਐਮਪਟੀ ਸੈੱਟ ਹੈ। ਤਾਂ A क्रॉस ਵਿਦ ਐਮਪਟੀ ਸੈੱਟ 5, ਤਾਂ ਆਨਸਰ ਕੀ ਆਉਣਾ, ਐਮਪਟੀ ਸੈੱਟ ਆਉਣਾ ਮੇਰੇ ਪਾਸ, ਕਿਉਂਕਿ ਅਸੀਂ ਪ੍ਰੋਪਰਟੀ ਪੜ੍ਹੀ ਹੈ ਕਿ ਇਹਦੇ ਵਿੱਚ ਤਾਂ ਕੋਈ ਐਲੀਮੈਂਟ ਹੈ ਹੀ ਨਹੀਂ, ਤਾਂ ਜਿਹੜਾ ਕਾਰਟੀਜ਼ੀਅਨ ਪ੍ਰੋਡਕਟ ਹੋਏਗਾ ਉਹਦੇ ਵਿੱਚ ਵੀ ਕੋਈ ਐਲੀਮੈਂਟ ਨਹੀਂ ਹੋਊਗਾ। ਸੋ ਹੁਣ ਕੀ ਹੋ ਗਿਆ, ਸਾਡੇ ਪਾਸ ਰਾਈਟ ਹੈਂਡ ਸਾਈਡ ਵੀ ਸਾਡੇ ਕੀ ਆਉਣੀ ਚਾਹੀਦੀ ਹੈ, ਐਮਪਟੀ ਸੈੱਟ ਆਉਣੀ ਚਾਹੀਦੀ ਹੈ। ਤਾਂ ਰਾਈਟ ਹੈਂਡ ਸਾਈਡ ਕੀ ਹੈ ਸਾਡੇ ਪਾਸ, A क्रॉस B ਇੰਟਰਸੈਕਸ਼ਨ ਲੈਣੀ ਅਸੀਂ A क्रॉस C ਦੇ ਨਾਲ। ਦੇਖੋ ਕਾਮਨ ਸੈਂਸ ਹੈ ਕਿ ਇੰਟਰਸੈਕਸ਼ਨ ਤਦ ਹੀ ਪੋਸੀਬਲ ਹੈ ਜੇ ਦੋਨੋਂ ਪਾਸੇ ਜਿਹੜੇ ਐਲੀਮੈਂਟਸ ਨੇ ਸੇਮ ਹੋਣਗੇ। ਤਾਂ ਮੈਂ A क्रॉस B ਦੀ ਇੰਟਰਸੈਕਸ਼ਨ A क्रॉस C ਦੇ ਨਾਲੇ ਲੈ ਸਕਦਾ। ਆਰਡਰਡ ਪੇਅਰ ਦੀ ਇੰਟਰਸੈਕਸ਼ਨ ਆਰਡਰਡ ਪੇਅਰ ਦੇ ਨਾਲੇ ਹੋਏਗੀ। A क्रॉस B ਦੀ ਇੰਟਰਸੈਕਸ਼ਨ ਇੱਦਾਂ ਦੇ ਐਲੀਮੈਂਟ ਦੇ ਨਾਲ ਲਵਾਂਗੇ ਤਾਂ ਕੀ ਆਉਣਾ, ਕੁਛ ਵੀ ਨਹੀਂ ਆਉਣਾ, ਐਮਪਟੀ ਆਉਣਾ ਹਮੇਸ਼ਾ। ਤਾਂ ਇੱਥੇ ਮੇਰੇ ਪਾਸ 1,5 ਹੈ, ਇੱਥੇ 1,5 ਹੈ ਕਿਤੇ ਨਹੀਂ ਹੈ, 1,6 ਨਹੀਂ ਹੈ, 2,5 ਨਹੀਂ ਹੈ, 2,6 ਨਹੀਂ ਹੈ। ਦੈਟ ਮੀਨਸ A क्रॉस B A ਇੰਟਰਸੈਕਸ਼ਨ B ਵੀ ਕੀ ਹੈ, ਐਮਪਟੀ ਹੈ। ਸੋ ਦੋਨੋਂ ਸਾਡੇ ਪਾਸ ਕੀ ਆ ਗਿਆ, ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ। ਸੋ ਇੱਥੋਂ ਕੀ ਪ੍ਰੂਵ ਹੁੰਦਾ ਸਾਡੇ ਪਾਸ ਕਿ ਜਿਹੜਾ ਕਾਰਟੀਜ਼ੀਅਨ ਪ੍ਰੋਡਕਟ ਹੈ A क्रॉस B ਇਹ ਡਿਸਟਰੀਬਿਊਟਿਵ ਹੈ। ਕਿਹਦੇ ਉੱਪਰ, ਇੰਟਰਸੈਕਸ਼ਨ ਦੇ ਉੱਪਰ। ਦੇਖੋ ਇਹਨੂੰ ਅਸੀਂ ਕੀ ਕਰਤਾ, A ਇੰਟੂ B ਵਿਚਕਾਰ ਇੰਟਰਸੈਕਸ਼ਨ ਹੈ, ਜਿਸ ਤਰ੍ਹਾਂ ਅਸੀਂ ਕੋਈ ਐਡੀਸ਼ਨ ਸਬਟਰੈਕਸ਼ਨ ਕਰਦੇ ਹਾਂ ਪਹਿਲਾਂ ਵੀ, ਅਤੇ A ਇੰਟੂ C ਰਿਜ਼ਲਟ ਵੈਲੀਡੇਟ ਹੋਇਆ ਸਾਡੇ ਪਾਸ। ਲੈਫਟ ਹੈਂਡ ਸਾਈਡ ਅਤੇ ਰਾਈਟ ਹੈਂਡ ਸਾਈਡ ਇਕੁਅਲ ਆਈ ਹੈ। ਦੈਟ ਮੀਨਸ ਜਿਹੜਾ ਕਾਰਟੀਜ਼ੀਅਨ ਪ੍ਰੋਡਕਟ ਹੈ ਉਹ ਇੰਟਰਸੈਕਸ਼ਨ ਦੇ ਉੱਪਰ ਡਿਸਟਰੀਬਿਊਟਿਵ ਹੈ, ਡਿਸਟਰੀਬਿਊਟ ਹੋ ਜਾਂਦਾ ਹੈ। ਇਹਦੇ ਪਰ ਦੇਖੋ ਡਿਸਟਰੀਬਿਊਟ ਹੋ ਗਿਆ, A क्रॉस B ਹੋ ਗਿਆ, ਵਿਚਾਲੇ ਇੰਟਰਸੈਕਸ਼ਨ ਆ ਗਈ, ਅਤੇ A क्रॉस C ਹੋ ਗਿਆ, ਡਿਸਟਰੀਬਿਊਟ ਹੋ ਗਿਆ ਦੋਨਾਂ ਦੇ ਉੱਪਰ, B ਦੇ ਉੱਪਰ ਵੀ ਅਤੇ C ਦੇ ਉੱਪਰ ਵੀ। ਕੀ, ਕਾਰਟੀਜ਼ੀਅਨ ਪ੍ਰੋਡਕਟ। ਦੋਸਤੋ ਸੈਕੰਡ ਪਾਰਟ ਅਸੀਂ ਵੈਰੀਫਾਈ ਕਰਨਾ ਹੈ ਕਿ A क्रॉस C ਜਿਹੜਾ ਹੈ ਕੀ ਇਹ ਸਬਸੈਟ ਹੈ B क्रॉस D ਦਾ। ਸੋ A क्रॉस C ਅਸੀਂ ਪਹਿਲਾਂ ਹੀ ਫਾਈਂਡ ਕਰ ਲਿਆ ਸੀ ਪਾਰਟ 1 ਦੇ ਵਿੱਚ। B क्रॉस D ਜਿਹੜਾ ਮੈਂ ਟਾਈਮ ਬਚਾਉਣ ਦੇ ਲਈ ਫਾਈਂਡ ਕਰਤਾ ਹੈ। ਤਾਂ B क्रॉस D ਸਾਡੇ ਪਾਸ ਇਹ ਵਾਲੇ ਇੰਨੇ ਐਲੀਮੈਂਟਸ ਆਉਣਗੇ। B ਦੇ ਵਿੱਚ ਵੀ 4 ਐਲੀਮੈਂਟ ਸੀ, D ਦੇ ਵਿੱਚ ਵੀ 4 ਸੀ, ਤਾਂ ਟੋਟਲ ਹੋ ਗਏ ਸਾਡੇ ਪਾਸ 16 ਐਲੀਮੈਂਟਸ। ਦੇਖੋ ਇਹ 16 ਨੇ। ਸੋ A क्रॉस C ਇੱਕ ਛੋਟਾ ਸੈੱਟ ਹੈ, B क्रॉस D ਇੱਕ ਵੱਡਾ ਸੈੱਟ ਹੈ। ਆਪਾਂ ਨੇ ਸਿਰਫ ਚੈੱਕ ਕਰਨਾ ਹੈ ਕਿ ਕੀ A क्रॉस C ਦੇ ਸਾਰੇ ਐਲੀਮੈਂਟਸ B क्रॉस D ਦੇ ਵਿੱਚ ਹੈਗੇ ਨੇ। 1,5 1,5 ਹੈ ਸਾਡੇ ਪਾਸ, ਮੀਨਸ ਇਸ ਦਾ ਇਹ ਐਲੀਮੈਂਟ ਜਿਹੜਾ ਹੈ ਇਹਨੂੰ ਬਿਲੋਂਗ ਕਰਦਾ ਹੈ। 1,6 1,6 2,5 2,5 2,6 2,6। ਸੋ ਜਿੰਨੇ ਵੀ ਐਲੀਮੈਂਟਸ ਨੇ ਫॉर ऑल A, B belonging to A क्रॉस C ਇੰਪਲਾਈਜ਼ A, B ਜਿਹੜਾ ਹੈ ਉਹ ਬਿਲੋਂਗ ਕਰਦਾ ਹੈ B क्रॉस D ਨੂੰ। ਦੈਟ ਮੀਨਸ A क्रॉस C ਇਜ਼ ਸਬਸੈਟ ਆਫ B क्रॉस D। ਨੈਕਸਟ ਕੁਐਸਚਨ ਨੰਬਰ 8 ਹੈ ਸਾਡੇ ਪਾਸ। ਸੈਟ A ਸੈਟ B ਰਾਈਟ A क्रॉस B। ਸੋ ਪਹਿਲਾਂ ਤਾਂ ਈਜ਼ੀ ਹੈ,
ਪਹਿਲਾਂ A ਦਾ ਐਲੀਮੈਂਟ 1, ਫਿਰ B ਦਾ ਐਲੀਮੈਂਟ 3, A ਦਾ ਐਲੀਮੈਂਟ 1 ਹੀ ਰਹਿਣਾ, B ਦਾ ਐਲੀਮੈਂਟ 4, ਫਿਰ A ਦਾ ਦੂਸਰਾ ਐਲੀਮੈਂਟ ਲੈ ਲਿਆ 2, B ਦਾ ਐਲੀਮੈਂਟ 3, 2 ਦੇ ਨਾਲ 4। ਸੋ ਇਹ ਸਾਡਾ ਬਣ ਗਿਆ A क्रॉस B। 2 ਐਲੀਮੈਂਟ ਇੱਧਰ ਨੇ, 2 ਇੱਧਰ ਨੇ, 2 ਦੂਣੀ 4, 1 2 3 4, 4 ਐਲੀਮੈਂਟ ਮੇਰੇ ਟੋਟਲ ਹੋ ਗਏ। ਹਾਊ ਮੈਨੀ ਸਬਸੈਟਸ A क्रॉस B ਹੈ। ਦੇਖੋ ਸਬਸੈਟਸ ਪੁੱਛੇ ਨੇ, ਇਹ ਗੱਲ ਆਪਾਂ ਨੇ ਸ਼ੁਰੂ ਦੇ ਵਿੱਚ ਵੀ ਕੀਤੀ ਸੀ ਕਿ A क्रॉस B ਦੇ ਕਿੰਨੇ ਸਬਸੈਟਸ ਹੋਣਗੇ। ਸੋ ਨੰਬਰ ਆਫ ਐਲੀਮੈਂਟਸ ਕਿੰਨੇ ਨੇ A क्रॉस B ਦੇ ਵਿੱਚ। ਪਹਿਲੀ ਗੱਲ ਤਾਂ ਇਹ ਆ 4 ਐਲੀਮੈਂਟਸ ਨੇ, ਫਸਟ, ਸੈਕੰਡ, ਥਰਡ, ਫੋਰਥ। ਤਾਂ ਨੰਬਰ ਆਫ ਪੋਸੀਬਲ ਸਬਸੈਟਸ ਕਿੰਨੇ ਹੋਣਗੇ 2 raised to power n। 2 raised to power n means 2 raised to power 4। so 2 raised to power 2 दूनी 4, दूनी 8, दूनी 16। 2 into 2 into 2 ਕੀ ਬਣ ਗਿਆ 16। ਸੋ ਨੈਕਸਟ ਕੁਐਸਚਨ ਉਹਨੇ ਕੀ ਪੁੱਛਿਆ ਲਿਸਟ ਦੈਮ। ਸਾਨੂੰ 16 ਸਬਸੈਟਸ ਬਣਾਉਣ ਦੇ ਲਈ ਕਿਹਾ ਹੈ। ਸੋ ਉਸ ਦੇ ਲਈ ਪੋਸੀਬਲ ਸਬਸੈਟਸ ਕਿਹੜੇ ਹੋਣਗੇ। ਦੇਖੋ ਜੀ ਸਬਸੈਟਸ ਲਿਖਣੇ ਹੋਣ ਸਾਨੂੰ, ਪਹਿਲੀ ਗੱਲ ਤਾਂ ਐਮਪਟੀ ਸੈੱਟ ਪੱਕਾ ਹੋਏਗਾ, ਤੇ ਯੂਨੀਵਰਸਲ ਸੈੱਟ, ਇਹਦਾ ਜਿਹੜਾ ਯੂਨੀਵਰਸਲ ਸੈੱਟ A क्रॉस B ਆ ਉਹ ਵੀ ਇਹਦਾ ਸਬਸੈੱਟ ਹੋਏਗਾ। ਸੈੱਟ ਇਜ਼ ਅ ਸਬਸੈੱਟ ਆਫ ਇਟਸੈਲਫ। 2 ਬਣ ਗਏ। ਤਾਂ ਤੀਸਰਾ ਸ਼ੁਰੂ ਕਰਨਾ ਸੀ, ਨੰਬਰ 16 ਬਣਾਉਣੇ ਨੇ। ਪਹਿਲਾਂ ਅਸੀਂ ਸਿੰਗਲ ਐਲੀਮੈਂਟ ਲੈ ਲੈਂਦੇ ਹਾਂ। ਦੇਖੋ ਪਹਿਲਾ ਸਬਸੈੱਟ ਬਣੂਗਾ 1,3, ਦੂਸਰਾ ਸਬਸੈੱਟ 1,4 ਐਲੀਮੈਂਟ ਹੋਏਗਾ ਉਹਦੇ ਵਿੱਚ, ਨੈਕਸਟ ਦੇ ਵਿੱਚ 2,3 ਹੋਊਗਾ। ਦੇਖੋ ਇਹ ਵਾਲੀ ਬਰੈਕਟ ਪਾਣੀ ਪੈਣੀ ਹੈ, ਛੱਡਣਾ ਦਿਓ ਕਿਤੇ ਭੁਲੇਖੇ ਦੇ ਨਾਲ, ਕਿਉਂਕਿ ਆਰਡਰਡ ਪੇਅਰ ਹੈ। ਐਲੀਮੈਂਟ ਸਾਰੇ ਸਾਡੇ ਕੀ ਨੇ ਆਰਡਰਡ ਪੇਅਰ ਦੇ ਵਿੱਚ ਨੇ। ਇਹ ਸੈੱਟ ਦੀ ਬਰੈਕਟ ਹੈ, ਇਹ ਐਲੀਮੈਂਟ ਲਈ ਬਰੈਕਟ ਹੈ, ਕਿਉਂਕਿ ਇਹਦੇ ਨਾਲ ਇਹ ਐਲੀਮੈਂਟ ਹੈ ਪੂਰਾ, ਤਾਂ ਇਹ ਬਰੈਕਟ ਨਹੀਂ ਛੱਡ ਸਕਦੇ। ਸੋ ਇਹ ਸੈੱਟ ਬਣਾਤਾ ਆਪਾਂ ਨੇ। ਤਾਂ ਕਿੰਨੇ ਹੋ ਗਏ 1 2 3 4 5 6। ਤਾਂ ਹੁਣ ਅਸੀਂ 2 ਐਲੀਮੈਂਟ ਕੰਬਾਈਨ ਕਰ ਦਿੰਦੇ ਹਾਂ। ਫਸਟ ਐਲੀਮੈਂਟ ਕੀ ਹੈ ਮੇਰੇ ਪਾਸ 1,3 1,4। ਤਾਂ 1,3 ਨੂੰ ਮੈਂ 2,3 ਨਾਲ ਵੀ ਕੰਬਾਈਨ ਕਰ ਦਿੰਦਾ ਹੈ, ਇਹ ਬਣ ਗਿਆ ਇੱਕ ਸਬਸੈੱਟ। 1,3 ਨੂੰ ਮੈਂ 2,4 ਇੱਥੇ ਕਰਤਾ, 2,3 ਇੱਥੇ ਕਰ ਦਿੰਦੇ ਆਪਾਂ। 1,3 ਨੂੰ 2,3 ਦੇ ਨਾਲ ਕੰਬਾਈਨ ਕਰ ਦਿੰਦੇ ਹਾਂ, ਇੱਕ ਸਬਸੈੱਟ ਇਹ ਬਣ ਗਿਆ ਸਾਡਾ। 1,3 3 ਨਾਲ ਮਿਲ ਗਿਆ, ਫਿਰ ਹੁਣ ਆਪਾਂ 1,4 ਤੋਂ ਸਟਾਰਟ ਕਰ ਲੈਂਦੇ ਹਾਂ। 1,4 ਤੇ 2,3 ਕੰਬਾਈਨ ਕਰ ਲੈਂਦੇ ਹਾਂ। 1,4 ਨੂੰ 2,4 ਦੇ ਨਾਲ ਵੀ ਕੰਬਾਈਨ ਕਰ ਲੈਂਦੇ ਹਾਂ। ਇਸ ਤੋਂ ਬਾਅਦ ਅਸੀਂ 2,3 ਦੇ ਨਾਲ 2,4 ਮਿਲਾ ਲੈਂਦੇ ਹਾਂ। ਇੱਕ ਪੋਸੀਬਲ ਸਬਸੈਟ ਸਾਡਾ ਇਹ ਬਣ ਗਿਆ। ਦੇਖੋ 1 2 3 4 5 6 ਇੱਥੇ ਬਣ ਗਏ ਨੇ, 3 ਇੱਥੇ ਬਣ ਗਏ ਨੇ, 3 ਇੱਥੇ ਬਣ ਗਏ ਨੇ, ਤਾਂ 12 ਹੋ ਚੁੱਕੇ ਨੇ, ਰਹਿ ਗਏ ਸਾਡੇ 4। ਤਾਂ ਇਹਦੇ ਵਿੱਚ 2 ਐਲੀਮੈਂਟ ਵਾਲੇ ਵੀ ਹੋ ਗਏ, ਸਿੰਗਲ ਐਲੀਮੈਂਟ ਵੀ ਹੋ ਗਿਆ, ਕੰਪਲੀਟ ਸੈੱਟ 4 ਐਲੀਮੈਂਟ ਵਾਲਾ ਵੀ ਹੋ ਗਿਆ, ਐਮਪਟੀ ਵੀ ਹੋ ਗਿਆ। ਤਾਂ ਹੁਣ ਸਾਨੂੰ 3 ਐਲੀਮੈਂਟ ਵਾਲੇ ਸੈੱਟ ਚਾਹੀਦੇ ਨੇ। ਇਹਦੇ ਵਿੱਚ ਅਸੀਂ 3 ਕੰਬਾਈਨ ਕਰਨੇ ਆ। 1 2 3 1,3 1,4 2,3। ਸੋ ਇੱਕ ਵਾਰ ਇਹਨੂੰ ਛੱਡ ਦਿੰਦੇ, ਇਹਨੂੰ ਕੰਬਾਈਨ ਕਰ ਲੈਂਦੇ ਅਸੀਂ 1,3 1,4 ਤੇ 2,4। ਇਸ ਵਾਰ ਮੈਂ ਇਹਨੂੰ ਛੱਡਤਾ ਹੈ। ਇਸੇ ਤਰ੍ਹਾਂ 1,3 1,4 ਦੇ ਨਾਲ ਆਇਆ, ਮੈਂ 1,3 2,3 ਨਾਲ ਲਾ ਲੈਂਦਾ, ਇਹਨੂੰ ਛੱਡ ਦਿੰਦੇ ਹਾਂ 1,3 2,3 2,4 ਤੇ ਇਹ ਬਣ ਜਾਏਗਾ 1,3 2,3 2,4 ਤੇ ਲਾਸਟ ਆਪਸ਼ਨ ਰਹਿ ਗਈ ਸਾਡੀ, ਸੀ ਨਾ ਚਾਰਾਂ ਨੂੰ ਕੰਬਾਈਨ ਕਰ ਲੈਂਦੇ ਹਾਂ, ਇਹਨੂੰ ਛੱਡ ਦਿੰਦੇ ਹਾਂ 1,4 2,3 2,4 1,3 2,3 ਸੌਰੀ ਫਸਟ ਅਸੀਂ ਛੱਡਣਾ ਹੈ 1,4 1,4 2,3 2,4। ਤਾਂ ਦੇਖੋ 3 ਇਹ ਹੋ ਗਏ ਨੇ, ਇੱਕ ਇਹ ਹੋ ਗਿਆ ਹੈ, ਤਾਂ 6 6 12 4 16। ਸੋ ਟੋਟਲ ਸਾਡੇ 16 ਸਬਸੈਟਸ ਹੋ ਗਏ ਨੇ। ਤੁਸੀਂ ਕੋਸ਼ਿਸ਼ ਕਰ ਲਓ ਜੇ ਕੋਈ ਰਹਿ ਗਿਆ ਹੈ ਪਤਾ ਕਰਨ ਦੀ। ਮੇਰੇ ਮੁਤਾਬਕ ਕੰਪਲੀਟ ਹੋ ਗਏ ਨੇ 16 ਦੇ 16। ਤਾਂ ਇਸ ਤੋਂ ਬਾਅਦ ਸਾਡੇ ਪਾਸ 2 ਕੁਐਸਚਨ ਰਹਿ ਗਏ ਨੇ ਦੋਸਤੋ। ਅਤੇ ਜੇਕਰ ਟੋਪਿਕ ਜਿਹੜਾ ਹੈ ਉਹ ਕਲੀਅਰ ਹੋਇਆ ਤੁਹਾਨੂੰ, ਅਤੇ ਕੁਐਸਚਨ ਤੁਹਾਨੂੰ ਸਮਝ ਆ ਗਏ ਨੇ, ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸਾਥੀਆਂ ਦੇ। ਕੁਐਸਚਨ ਨੰਬਰ 9, ਲੈਟ A ਐਂਡ B be 2 sets such that number of elements in A 3 ਨੇ, number of elements in B 2 ਨੇ, ਅਤੇ ਇਹ ਕੁਛ ਐਲੀਮੈਂਟ ਦਿੱਤੇ ਨੇ A क्रॉस B ਦੇ। ਫਾਈਂਡ A ਐਂਡ B।
ਵੇਅਰ ਐਕਸ ਵਾਈ ਜ਼ੈਡ ਆਰ ਡਿਸਟਿੰਕਟ ਐਲੀਮੈਂਟਸ। ਐਕਸ ਵਾਈ ਜ਼ੈਡ ਜਿਹੜੇ ਨੇ ਡਿਸਟਿੰਕਟ ਨੇ, ਅਲੱਗ-ਅਲੱਗ ਨੇ। ਦੇਖੋ ਨੰਬਰ ਆਫ ਐਲੀਮੈਂਟਸ ਇਨ ਏ ਕਿੰਨੇ ਨੇ, 3 ਆਉਣੇ ਚਾਹੀਦੇ ਨੇ, ਅਤੇ ਬੀ ਦੇ ਵਿੱਚ ਕਿੰਨੇ ਆਉਣੇ ਚਾਹੀਦੇ ਨੇ, 2। ਸੋ ਇਹ ਐਲੀਮੈਂਟ ਦਿੱਤੇ ਨੇ x, 1 y, 2 ਅਤੇ z, 1। ਇਹ ਕਿਹਦੇ ਐਲੀਮੈਂਟਸ ਨੇ, a ਕ੍ਰੋਸ b ਦੇ। ਤਾਂ ਬਾਏ ਡੈਫੀਨੇਸ਼ਨ ਫਸਟ ਐਲੀਮੈਂਟ ਕਿਹਦਾ ਹੈ, a ਦਾ ਹੈ। ਦੈਟ ਮੀਨਸ ਸੈੱਟ a ਕੀ ਬਣ ਗਿਆ ਮੇਰੇ ਪਾਸ, x y z। ਅਤੇ ਬਾਈ ਡੈਫੀਨੇਸ਼ਨ ਆਰਡਰਡ ਪੇਅਰ ਦੀ ਜੇ ਗੱਲ ਕਰੀਏ ਅਸੀਂ ਤਾਂ ਸੈਕੰਡ ਐਲੀਮੈਂਟ ਕਿਹਦਾ ਹੋਏਗਾ, b ਦਾ। ਤਾਂ b ਦੇ ਵਿੱਚ 1 2 1 ਰਿਪੀਟ ਨਹੀਂ ਕਰਾਂਗੇ, 1, 2। ਤਾਂ ਦੇਖੋ ਨੰਬਰ ਆਫ ਐਲੀਮੈਂਟਸ ਕਿੰਨੇ ਨੇ ਇਹਦੇ ਵਿੱਚ, 3। ਨੰਬਰ ਆਫ ਐਲੀਮੈਂਟਸ ਕਿੰਨੇ ਨੇ, 2। ਦੈਟ ਮੀਨ ਸਾਡਾ ਆਂਸਰ ਸਹੀ ਹੈ। ਤਾਂ A ਸੈੱਟ XYZ, B ਸੈੱਟ 1, 2 ਬਣ ਗਿਆ ਸਾਡਾ। ਕੁਐਸਚਨ ਨੰਬਰ 10 ਵੀ ਇਸੇ ਤਰ੍ਹਾਂ ਅੰਡਰਸਟੈਂਡਿੰਗ ਦੇ ਬੇਸਡ ਹੀ ਹੈ। ਦ ਕਾਰਡੀਸੀਅਨ ਪ੍ਰੋਡਕਟ ਆਫ A ਕ੍ਰੋਸ A ਹੈਜ਼ 9 ਐਲੀਮੈਂਟਸ। ਦੇਖੋ A ਕ੍ਰੋਸ A ਸੈੱਟ ਨੂੰ ਸੈੱਟ ਦੇ ਨਾਲ ਮਲਟੀਪਲਾਈ ਕੀਤਾ ਹੈ, ਤਾਂ ਉਹਦੇ ਵਿੱਚ ਐਲੀਮੈਂਟਸ ਜਿਹੜੇ ਆਉਣਗੇ ਹਮੇਸ਼ਾ ਸਕੇਅਰ ਫਾਰਮ 'ਚ ਆਉਣਗੇ। ਕਹਿਣ ਤੋਂ ਭਾਵ ਕਿ ਸਪੋਜ਼ A ਦੇ ਵਿੱਚ 4 ਐਲੀਮੈਂਟ ਨੇ, ਤਾਂ ਜਦੋਂ ਮੈਂ A ਕ੍ਰੋਸ A ਫਾਈਂਡ ਕਰੂੰਗਾ ਦੈਟ ਮੀਨਸ 4 ਚੌਕੇ 16 ਸਕੇਅਰ ਹੋ ਗਿਆ ਨਾ 4 ਦਾ, ਤਾਂ ਉਹਦੇ ਵਿੱਚ 16 ਐਲੀਮੈਂਟ ਹੋਣਗੇ, ਤਾਂ ਸਕੇਅਰ ਟਾਈਪ ਬਣ ਗਿਆ। ਇੱਥੇ ਉਹਨੇ ਕੀ ਕਿਹਾ, 9 ਐਲੀਮੈਂਟਸ ਨੇ, ਦੈਟ ਮੀਨਸ ਇਹਦੇ ਵਿੱਚ ਕਿੰਨੇ ਐਲੀਮੈਂਟ ਹੋਣਗੇ, 3 ਕ੍ਰੋਸ 3 ਮੀਨਸ 3 ਐਲੀਮੈਂਟਸ ਨੇ। ਸੈੱਟ A ਦੇ ਵਿੱਚ ਕਿੰਨੇ ਐਲੀਮੈਂਟ ਹੋਣੇ ਚਾਹੀਦੇ ਨੇ, 3 ਹੋਣੇ ਚਾਹੀਦੇ ਨੇ। ਪਹਿਲੀ ਗੱਲ ਤਾਂ ਇਹ ਹੋ ਗਈ। ਅੱਗੇ ਕੀ ਕਹਿੰਦਾ ਹੈ, ਕਾਰਟੀਸੀਅਨ ਪ੍ਰੋਡਕਟ A ਕ੍ਰੋਸ A ਦੇ ਵਿੱਚ ਕੁਛ ਐਲੀਮੈਂਟ ਇਹ ਆ ਰਹੇ ਨੇ, -1, 0 ਆ ਰਿਹਾ, 0, 1 ਆ ਰਿਹਾ। ਸੋ ਬਾਈ ਡੈਫੀਨੇਸ਼ਨ A ਕ੍ਰੋਸ A ਦੀ ਜੇ ਗੱਲ ਕਰੀਏ ਤਾਂ ਫਸਟ ਐਲੀਮੈਂਟ ਜਿਹੜਾ ਹੈ ਉਹ ਵੀ A ਦਾ, ਦੂਸਰਾ ਐਲੀਮੈਂਟ ਵੀ A ਦਾ। ਤਾਂ ਐਲੀਮੈਂਟ ਕਿਹੜੇ ਬਣੇ, -1 0 1। 3 ਐਲੀਮੈਂਟ ਚਾਹੀਦੇ ਨੇ ਇਹਦੇ ਵਿੱਚ, ਤਾਂ ਹੀ 3 ਗੁਣਾ 3 9 ਬਣੂਗਾ, ਸਕੇਅਰ ਬਣਨਾ ਨਾ। 3 ਤੀਏ 9, 3 × 3 = 9। ਤਾਂ ਇੱਥੇ ਮੇਰੇ ਪਾਸ ਜਿਹੜੇ ਐਲੀਮੈਂਟ ਦਿੱਤੇ ਨੇ A ਕ੍ਰੋਸ A ਦੇ, ਤਾਂ ਫਸਟ ਐਲੀਮੈਂਟ ਕਿਹਦਾ ਹੈ, A ਦਾ। ਸੈਕੰਡ ਐਲੀਮੈਂਟ ਕਿਹਦਾ, A ਦਾ। ਮੀਨਸ -1 ਵੀ A ਦਾ, 0 ਵੀ A ਦਾ, 0 ਵੀ A 'ਚ ਹੈ, 1 ਵੀ A 'ਚ ਹੈ। ਤਾਂ ਮਤਲਬ ਇਹ ਟੋਟਲ ਕਿੰਨੇ ਨੇ, 3 ਨੇ। ਤਾਂ ਸਾਰੀ ਕਿਹਦੇ ਵਿੱਚ ਨੇ, A 'ਚ ਨੇ। ਤਾਂ ਸੈੱਟ A ਫਾਈਂਡ ਹੋ ਗਿਆ। ਐਂਡ ਰਿਮੇਨਿੰਗ ਐਲੀਮੈਂਟਸ ਆਫ A ਕ੍ਰੋਸ A। ਤਾਂ A ਕ੍ਰੋਸ A ਅਸੀਂ ਪੂਰਾ ਕਰਨਾ ਹੈ, ਕਰ ਦਿੰਦੇ ਹਾਂ। ਇਹਦਾ ਪਹਿਲਾ ਐਲੀਮੈਂਟ ਲੈ ਲੈਣੇ -1। ਦੇਖੋ 2 ਵਾਰ A ਲਿਖਣਾ ਪਏਗਾ, ਮੈਂ ਲਿਖ ਲੈਣਾ ਇੱਕ ਵਾਰ ਆਪਣੀ ਈਜ਼ ਲਈ, ਤਾਂ ਕਿ ਅਸੀਂ ਨੰਬਰ ਫਟਾਫਟ ਅਟੈਚ ਕਰ ਲਈਏ। -1 ਕਿਹਦੇ ਨਾਲ ਅਟੈਚ ਹੋਊਗਾ, -1 ਦੇ ਨਾਲ, ਫਿਰ -1 0 ਦੇ ਨਾਲ, ਫਿਰ -1 1 ਦੇ ਨਾਲ। ਫਿਰ ਅਸੀਂ ਨੈਕਸਟ ਨੰਬਰ ਚੱਕ ਲੈਂਦੇ ਹਾਂ 0 0 -1 ਦੇ ਨਾਲ, 0 0 ਦੇ ਨਾਲ, 0 1 ਦੇ ਨਾਲ। ਫਿਰ ਅਸੀਂ 1 ਚੱਕ ਲੈਂਦੇ ਹਾਂ, 1 -1 ਦੇ ਨਾਲ, 1 0 ਦੇ ਨਾਲ, ਅਤੇ 1 1 ਦੇ ਨਾਲ। ਸੋ ਇਹ ਸਾਡਾ ਬਣ ਗਿਆ ਸੈੱਟ A ਕ੍ਰੋਸ A। ਟੋਟਲ ਨੰਬਰ ਆਫ ਐਲੀਮੈਂਟਸ ਕਿੰਨੇ ਹੋ ਗਏ, 1 2 3 3 3 ਇਜ਼ 9। ਨੰਬਰ ਆਫ ਐਲੀਮੈਂਟਸ ਇਨ A ਕ੍ਰੋਸ A ਕੀ ਬਣ ਗਏ, 9। ਸੋ ਦੋਸਤੋ ਉਮੀਦ ਹੈ ਤੁਹਾਨੂੰ ਆਰਡਰਡ ਪੇਅਰ, ਕਾਰਟੀਜ਼ੀਅਨ ਪ੍ਰੋਡਕਟ, ਇਹਨਾਂ ਦੇ ਬੇਸਡ ਜਿਹੜੇ ਕੁਐਸਚਨਸ ਨੇ ਅਤੇ ਜਿਹੜਾ ਟੋਪਿਕ ਹੈ ਇਹ ਸਮਝ ਆਇਆ ਹੋਊਗਾ। ਨੈਕਸਟ ਵੀਡੀਓ ਦੇ ਵਿੱਚ ਅਸੀਂ ਰਿਲੇਸ਼ਨਸ ਦੇ ਰਿਗਾਰਡਿੰਗ ਗੱਲ ਕਰਾਂਗੇ, ਡੋਮੇਨ, ਕੋਡੋਮੇਨ, ਰੇਂਜ। ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਤੁਹਾਨੂੰ ਸਮਝਾਉਣ ਦੀ। ਸੋ ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਅਤੇ ਚੈਨਲ 'ਤੇ ਆ ਕੇ ਕੁਐਸਚਨ ਸਮਝ ਕੇ ਵਾਪਸ ਚਲੇ ਜਾਂਦੇ ਹੋ, ਤਾਂ ਪਲੀਜ਼ ਉਹਨਾਂ ਦੋਸਤਾਂ ਨੂੰ ਰਿਕੁਐਸਟ ਹੈ ਕਿ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ। ਚੈਨਲ ਦੇ ਨਾਲ ਜੁੜੇ ਰਹੋ। ਚੈਨਲ 'ਤੇ ਆਉਣ ਲਈ ਧੰਨਵਾਦ।